तो ਜਦੋਂ ਦਾ ਇਹ ਐਜੀਟੇਸ਼ਨ ਸ਼ੁਰੂ ਹੋਈ ਤੁਹਾਨੂੰ ਦੱਸਿਆ ਮੈਂ ਉਦੋਂ ਦਾ ਹੀ ਲੱਗਾ ਪਰ ਮੈਨੂੰ ਇਹ ਸੀ ਮੈਂ ਲਾਈਨ ਨਾ ਕ੍ਰਾਸ ਕਰਾਂ ਪਰ ਜਦੋਂ ਬਾਰ ਨਹੀਂ ਸੁਣਵਾਈ ਹੋਈ ਤੇ ਫਿਰ ਮੈਂ ਬੋਲਿਆ ਤੇ ਮੈਂ ਉੱਥੇ ਓਪਨਲੀ ਸਟੈਂਡ ਲੈ ਕੇ ਕਿਹਾ ਵੀ ਸਾਨੂੰ ਪੰਜਾਬ ਦੇ ਕਿਸਾਨਾਂ ਨਾਲ ਖੜੇ ਹੋਣਾ ਚਾਹੀਦਾ ਸਾਨੂੰ ਪੰਜਾਬ ਦੇ ਹੋਰ ਮੁੱਦਿਆਂ ਦੇ ਨਾਲ ਖੜੇ ਹੋਣਾ ਚਾਹੀਦਾ ਜਿਹੜੇ ਕੇਂਦਰ ਸਰਕਾਰ ਨਾਲ ਸੰਬੰਧਿਤ ਆ ਮੈਂ ਇਹ ਨਹੀਂ ਹੈ ਵੀ ਬੀਜੇਪੀ ਦੇ ਅਗੇਂਸਟ ਬੋਲਦਾ ਪਿਆ ਮੈਂ ਬੀਜੇਪੀ ਦੇ ਭਲੇ 'ਚ ਬੋਲਦਾ ਪਿਆ ਅਸੀਂ ਰਾਜਨੀਤੀ ਇੱਥੋਂ ਕਰਨੀ ਵੋਟਾਂ ਇੱਥੋਂ ਲੈਣੀਆਂ ਤੁਸੀਂ ਇਹ ਵੇਖੋ ਮੈਂ ਕੈਬਨਿਟ 'ਚ ਮਿਨਿਸਟਰ ਰਿਹਾ ਹੁਣ ਮਤਲਬ ਸਾਡਾ ਦਿਮਾਗ ਘੱਟ ਹੋ ਗਿਆ ਸੀ ਇਹਨਾਂ ਨੂੰ 20 ਵਾਰੀ ਕਿਹਾ ਨਾ ਸਲਾਹ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਸਾਨੂੰ ਕਿਸੇ ਮੀਟਿੰਗ 'ਚ ਬੁਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਨਰਲ ਕਾਰਿਆਕਾਰਨੀ ਹੋਈ ਤਾਂ ਬੁਲਾ ਲਿਆ ਨਹੀਂ ਤਾਂ ਵਰਚੁਅਲ ਮੀਟਿੰਗ 'ਚ ਹੋਰ ਕੋਈ ਗੱਲ ਹੋਈ ਤਾਂ ਬੁਲਾ ਲਿਆ ਹੈ ਨਹੀਂ ਤਾਂ ਅਸੀਂ ਮਤਲਬ ਜਿਹੜਾ ਵਾ ਅੱਜ ਸਲਾਹ ਦੇਣ ਦੇ ਕੀ ਕਾਬਲ ਨਹੀਂ ਸੀ ਹੈਗੇ ਅਨਿਲ ਜੋਸ਼ੀ ਇੱਥੋਂ ਕੰਮ ਕੀਤਾ ਇਮਾਨਦਾਰੀ ਨਾਲ ਇੱਕ ਪੈਸੇ ਦੇ ਕੋਈ ਪੂਰੇ ਪੰਜਾਬ 'ਚ ਇੱਥੋਂ ਦੇ ਠੇਕੇਦਾਰ ਇੱਥੋਂ ਦੇ ਅਫਸਰ ਪੁੱਛੋ ਕਿਸੇ ਨੂੰ ਕੋਈ ਕਵੇ ਚਾਹ ਦੇ ਕੱਪ ਦਾ ਵੀ ਰਵਾਦਾਰ ਅਨਿਲ ਜੋਸ਼ੀ ਜੋ ਕਿੱਥੇ ਟਾਈਲਾਂ ਹੁਣ ਵੀ ਲੱਗਦੀਆਂ ਪਈਆਂ ਕਿੱਥੇ ਆ ਫੈਕਟਰੀਆਂ ਕਿਹਦੀਆਂ ਫੈਕਟਰੀਆਂ ਹੈ ਕੀ ਲੱਭਾ ਗੱਲ ਤੇ ਆ ਵੀ ਇੱਕ ਕੋਈ ਪ੍ਰੂਫ ਕਿ ਕੋਈ ਲੈ ਕੇ ਆਵੇ ਨਾ ਹੁਣ ਟੈਲਾਂ ਕਰਦੇ ਪਤਾਲ 'ਚ ਤਾਂ ਨਹੀਂ ਨਾ ਮੈਂ ਫੈਕਟਰੀ ਅਸਮਾਨ 'ਚ ਤਾਂ ਨਹੀਂ ਨਾ ਕਿਹਦੀਆਂ ਟੈਲਾਂ ਲੱਗਦੀਆਂ ਕਿੱਥੋਂ ਲੱਗਦੀਆਂ ਪਈਆਂ ਸਾਰੇ ਠੇਕੇਦਾਰ ਤੁਹਾਡੇ ਦੋਸਤ ਮਿੱਤਰ ਹੋਣਗੇ ਸਾਰੇ ਅਫਸਰ ਤੁਹਾਡੇ ਦੋਸਤ ਮਿੱਤਰ ਹੋਣਗੇ ਇਹਨਾਂ ਚੀਜ਼ਾਂ ਦਾ ਕਿਹੜਾ ਕਿਸੇ ਦੀ ਦੁਕਾਨ ਹੋਵੇ ਕਿਸੇ ਦੀ ਫੈਕਟਰੀ ਹੋਵੇ ਇਹ ਲੁਕੀ ਰਹਿ ਸਕਦੀ ਹੁੰਦੀ ਆ ਸਿੱਧੂ ਸਾਹਿਬ ਨੂੰ ਕੁਰਸੀ ਦੀ ਭੁੱਖ ਨਹੀਂ ਆ ਉਹ ਇੰਨੀ ਕੁ ਤਮਾ ਜ਼ਿਆਦੀ ਆ ਵੀ ਉਹਨਾਂ ਨੂੰ ਸਮਝ ਹੀ ਨਹੀਂ ਲੱਗਦਾ ਇੱਕ ਚੀਜ਼ ਮਿਲਦੀ ਆ ਉਹਦੇ ਨਹੀਂ ਉਹ ਦੂਜੀ ਮਿਲੂ ਫੇਰ ਕਰੂੰਗਾ ਫਿਰ ਉਹ ਮਿਲਦੀ ਆ ਉੱਥੇ ਵੀ ਤਸੱਲੀ ਨਹੀਂ ਤੇ ਫਿਰ ਆਂਦੇ ਫਿਰ ਉਹ ਮਿਲੂ ਫੇਰ ਕਰਾਂਗੇ ਉਹਨਾਂ ਨੂੰ ਸੀਐਮ ਬਣਾ ਦਿਓ ਉਹਨਾਂ ਤਦ ਵੀ ਕੱਖ ਨਹੀਂ ਕਰਨਾ ਖਲਾਰਾ ਲੜਾਈਆਂ ਹੀ ਪਾਉਣੀਆਂ ਉਹਨਾਂ ਨੇ ਕਿਸਾਨੀ ਅੰਦੋਲਨ ਨੂੰ ਛੱਡ ਕੇ ਇਹੀ ਭਖਦਾ ਦਾ ਮੁੱਦਾ ਵਾ ਵੀ ਇਹਨਾਂ ਨੇ ਕਾਂਗਰਸ ਨੇ ਕੱਖ ਨਹੀਂ ਕੀਤਾ ਇਹਨਾਂ ਨੂੰ ਲੋਕ ਹਾਂ ਬਿਲਕੁਲ ਆਪਸ ਲੜੇ ਆਪਣੀ ਲੁੱਟਮਾਰ ਕੀਤੀ ਲੋਕਾਂ ਨੂੰ ਝੂਠ ਮਾਰ ਕੇ ਧੋਖਾ ਦੇ ਕੇ ਸਰਕਾਰ ਚ ਆਏ D4 न्यूज़ देख रहे तमाम दोस्तों को दीपक भंडारी का नमस्कार। आज हम बात करेंगे पंजाब के पूर्व कैबिनेट मंत्री अनिल जोशी के साथ। आपको बता दें कि पंजाब में विधानसभा चुनाव 2022 को होने वाले हैं, कुछ ही समय शेष रह गया है। पंजाब में इस बार जो विधानसभा चुनाव होंगे ये इसमें किसानी अहम मुद्दा रहेगा। केंद्र सरकार की ओर से 3 कृषि कानून जो लाए गए हैं किसान लगातार उनका विरोध कर रहे हैं। पहली बार ऐसा हुआ है कि पंजाब में किसी भाजपा नेता की ओर से किसानों के पक्ष में आवाज़ उठाई गई हो। लोग बातें तो बहुत कर रहे हैं लेकिन कोई सामने नहीं आया। अनिल जोशी आजकल चर्चा में इसलिए बने हुए हैं क्योंकि इन्होंने अपनी ही पार्टी के खिलाफ मुँह खोला और ये कह दिया कि अगर किसानों को ये कानून मान्य नहीं है वो नहीं चाहते ये कानून उन पर लागू हुए तो ये क्यों उन पर थोपे जा रहे हैं। इसके अलावा हम इनसे बात करेंगे कि आजकल जो पंजाब में सियासत का माहौल बना हुआ है कैप्टन के मंत्री आपस में उलझे हुए हैं पर गाड़ी कांड अहम मुद्दा है। इन सब बातों को लेकर हमारे साथ हैं पूर्व कैबिनेट मंत्री अनिल जोशी। जोशी साहब नमस्कार जी। D4 न्यूज़ चैनल स्वागत है। जोशी साहब ਤੁਸੀਂ D4 ਦੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਨਮਸਕਾਰ। जोशी साहब ਤੁਸੀਂ ਪਹਿਲੀ ਵਾਰੀ ਕਿਸਾਨਾਂ ਦੀ ਗੱਲ ਕੀਤੀ ਹੈ ਕਾਫੀ ਲੰਬੇ ਸਮੇਂ ਤੋਂ ਤੁਸੀਂ ਵੀ ਸਿਆਸਤ ਚੁੱਪ ਸੀਗੇ ਤੁਸੀਂ ਕੀ ਸਮਝਿਆ ਜਾਏ ਕਿ ਇਲੈਕਸ਼ਨ ਨੇੜੇ ਆ ਰਹੇ ਹਨ ਤੇ ਤੁਸੀਂ ਇਸ ਕਰਕੇ ਕਿਸਾਨਾਂ ਦੀ ਗੱਲ ਕੀਤੀ ਹੈ ਜਾਂ ਦੀ ਕੋਈ ਹੋਰ ਵਜ੍ਹਾ ਨਾ ਮੈਂ ਪਹਿਲੀ ਵਾਰੀ ਕੀਤੀ ਹੈ ਮੈਂ ਖੁਦ ਕਿਸਾਨ ਰਿਹਾ ਅਸੀਂ ਸਾਡੀ ਆਪਣੀ ਖੇਤੀ ਸੀਗੀ ਪਿੰਡ 'ਚ ਰਹਿੰਦਾ ਮੈਂ 24 ਸਾਲ ਆਪਣੇ ਜੀਵਨ ਦੇ ਜਿਹੜੇ 24 ਸਾਲ ਇੱਕ ਅਰਸਾ ਹੁੰਦਾ ਲਾਈਫ ਦਾ 24 ਸਾਲ ਤੱਕ ਪਿੰਡ 'ਚ ਰਿਹਾ ਅਸੀਂ ਖੇਤੀ ਕਰਦੇ ਰਹੇ ਹਾਂ ਤੇ ਸਾਰੇ ਉਹ ਕੰਮ ਕੀਤੇ ਆ ਜਿਹੜੇ ਕਿਸਾਨ ਕਰਦਾ। ਦੂਸਰੀ ਗੱਲ ਮੈਂ ਇਹ ਕਿਸਾਨੀ ਅੰਦੋਲਨ ਜਦੋਂ ਦਾ ਸ਼ੁਰੂ ਹੋਇਆ ਮੈਂ ਉਦੋਂ ਦਾ ਹੀ ਪਾਰਟੀ ਦੇ ਅੰਦਰ ਰਹਿ ਕੇ ਗੱਲ ਕਰਦਾ ਆ ਨਹੀਂ ਸੁਣਵਾਈ ਹੋਈ ਅਲੱਗ ਗੱਲ ਆ ਪਰ ਮੇਰੀ ਕੋਸ਼ਿਸ਼ ਹਮੇਸ਼ਾ ਰਹੀ ਮੈਂ ਇਹ ਕਿਹਾ ਆਪਣੇ ਲੀਡਰਸ ਨੂੰ ਪੰਜਾਬ ਪ੍ਰਧਾਨ ਨੂੰ ਕਿ ਸਾਰੇ MLAs ਜਿਹੜੇ ਇਲੈਕਸ਼ਨ ਲੜੇ ਆ ਉਹਨਾਂ ਨੂੰ ਬੁਲਾਓ ਸਾਰੇ ਬਾਕੀ ਜੇ ਕੋਈ ਲੀਡਰ ਆ ਪੰਜਾਬ ਦੇ ਪ੍ਰਮੁੱਖ ਜਿਹੜੇ ਉਹਨਾਂ ਨੂੰ ਵੀ ਬੁਲਾਓ ਇੱਕ ਕੰਸੈਂਸਸ ਬਣਾਓ ਵੀ ਇਸ ਸਮੱਸਿਆ ਨੂੰ ਕਿਸ ਤਰ੍ਹਾਂ ਠੀਕ ਕਰਨਾ ਕਿਸ ਤਰ੍ਹਾਂ ਹੱਲ ਕਰਨਾ ਕਿਸਾਨਾਂ ਦੇ ਹੱਕ ਦੇ ਵਿੱਚ ਆਪਾਂ ਕਿਸ ਤਰ੍ਹਾਂ ਕੀ ਕਰ ਸਕਦੇ ਹਾਂ ਹੈਂ ਤੁਹਾਡੀ ਗੱਲ ਸੁਣੀ ਨਹੀਂ ਪਰ ਇਹ ਆ ਵੀ ਉਹ ਅਸੀਂ ਕਰਦੇ ਪਏ ਇਸੇ ਚੱਕਰ 'ਚ ਫਿਰ ਇੱਕ ਵਾਰੀ ਨਹੀਂ ਫਿਰ ਅਖੀਰ ਮੇਰਾ ਥੋੜ੍ਹਾ ਜਿਹਾ ਗੁੱਸਾ ਜਿਹੜਾ ਉਹ ਮਾਰਚ ਦੇ ਵਿੱਚ ਇੱਕ ਕਾਰਿਆਕਾਰਨੀ ਦੀ ਮੀਟਿੰਗ ਸੀਗੀ ਚੰਡੀਗੜ੍ਹ ਉਹਦੇ 'ਚ ਫਿਰ ਮੈਂ ਓਪਨਲੀ ਕਹਿ ਦਿੱਤਾ ਉਦੋਂ 1-2 ਅਖਬਾਰਾਂ ਦੇ ਵਿੱਚ ਕਿਉਂਕਿ ਉੱਥੇ ਪ੍ਰੈਸ ਅੰਦਰ ਨਹੀਂ ਸੀ ਪਰ ਕਿਸ ਤਰ੍ਹਾਂ ਲੀਕ ਹੋਈ 1-2 ਅਖਬਾਰਾਂ ਦੇ ਵਿੱਚ ਉਹ ਆਈ ਵੀ ਕਿਸਾਨੀ ਮੁੱਦਾ ਜਿਹੜਾ ਵਾ ਉਹ ਮੀਟਿੰਗ ਦੇ ਵਿੱਚ ਆਇਆ ਤੇ ਮੈਂ ਉੱਥੇ ਓਪਨਲੀ ਸਟੈਂਡ ਲੈ ਕੇ ਕਿਹਾ ਵੀ ਸਾਨੂੰ ਪੰਜਾਬ ਦੇ ਕਿਸਾਨਾਂ ਨਾਲ ਖੜੇ ਹੋਣਾ ਚਾਹੀਦਾ ਸਾਨੂੰ ਪੰਜਾਬ ਦੇ ਹੋਰ ਮੁੱਦਿਆਂ ਦੇ ਨਾਲ ਖੜੇ ਹੋਣਾ ਚਾਹੀਦਾ ਜਿਹੜੇ
ਕੇਂਦਰ ਸਰਕਾਰ ਨਾਲ ਸੰਬੰਧਿਤ ਆ, ਕਿਉਂਕਿ ਦੇਖੋ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ, ਤੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪੰਜਾਬ ਯੂਨਿਟ ਆ, ਪੰਜਾਬ ਦੇ ਜੋ ਮੁੱਦੇ ਹੈਗੇ ਆ ਉਹਨਾਂ ਨੂੰ ਪੰਜਾਬ ਦੇ ਬੀਜੇਪੀ ਯੂਨਿਟ ਵੱਲ ਹੀ ਲੋਕਾਂ ਨੇ ਵੇਖਣਾ ਕਿ ਇਹ ਜਾ ਕੇ ਸਾਡੇ ਦਿੱਲੀੋਂ ਇਹ ਮਸਲੇ ਹੱਲ ਕਰਾਉਣ। ਤੁਹਾਨੂੰ ਕੀ ਲੱਗਦਾ ਕਿ ਜਿਹੜੀ ਪੰਜਾਬ ਦਾ ਯੂਨਿਟ ਹੈ ਉਹ ਪੰਜਾਬ ਦੀਆਂ ਗੱਲਾਂ ਉੱਤੇ ਤੱਕ ਪਹੁੰਚਾਉਂਦੇ ਨਹੀਂ, ਜਾਂ ਇਹਨਾਂ ਦੀ ਗੱਲ ਸੁਣੀ ਨਹੀਂ ਜਾਂਦੀ? ਮੈਂ ਇਹੀ ਸਮਝਦਾ, ਹੁਣ ਮੈਂ ਇਹ ਸਮਝਦਾ ਕਿ ਇਹਨਾਂ ਦੀ ਸੁਣੀ ਵੀ ਨਹੀਂ ਜਾਂਦੀ, ਤੇ ਇਹ ਆਪਣੇ ਆਪ ਨਹੀਂ, ਇਹਨਾਂ ਦੀ ਇੰਨੀ ਵਿਲ ਪਾਵਰ ਹੀ ਨਹੀਂ, ਪੋਲੀਟੀਕਲ ਵਿਲ ਹੀ ਨਹੀਂ ਹੈਗੀ ਵੀ ਇਹ ਕਹਿ ਪਾਉਣ। ਇਹ ਆਪਣੇ ਆਪ ਨੂੰ ਉਸ ਲੈਵਲ ਦਾ ਹੀ ਨਹੀਂ ਗਿਣਦੇ ਵੀ ਇਹ ਪੰਜਾਬ ਦੀਆਂ ਇਹ ਸਮੱਸਿਆਵਾਂ, ਐਡੇ ਵੱਡੇ ਜਿਹੜੇ ਮੁੱਦੇ ਆ ਵੀ ਇਹ ਉੱਥੇ ਕਿਸੇ ਮੰਤਰੀ ਦੇ ਕੋਲ ਜਾ ਕੇ ਰੱਖ ਸਕਦੇ ਆ। ਇਹਨਾਂ ਨੂੰ ਇਹੀ ਡਰ ਆ ਵੀ ਅਸੀਂ ਜੇ ਉਹਨਾਂ ਦੀ ਹਾਂ 'ਚ ਹਾਂ ਨਾ ਮਿਲਾਈ ਤੇ ਪਤਾ ਨਹੀਂ ਸਾਡੀ ਕੁਰਸੀ ਨਾ ਖੁੱਸ ਜੇ। ਇਸ ਕਰਕੇ ਇਹਨਾਂ ਦੇ ਅੰਦਰ ਇੱਕ ਡਰ ਬੈਠਾ ਵਾ ਵੀ ਸਾਡਾ ਲੈਵਲ ਹੀ ਨਹੀਂ ਹੈਗਾ ਵੀ ਦਿੱਲੀ ਜਾ ਕੇ ਉਹਨਾਂ ਮਿਨਿਸਟਰਸ ਦੇ ਨਾਲ ਆਪਾਂ ਪੰਜਾਬ ਵਾਸਤੇ ਸਟੈਂਡ ਲਈਏ, ਡਰਦੇ ਆ। ਅੱਛਾ ਜੋਸ਼ੀ ਸਾਹਿਬ, ਤੁਹਾਡਾ ਪਿਛੋਕੜ ਤਰਨਤਾਰਨ ਤੋਂ ਰਿਹਾ, ਤੁਸੀਂ ਤਰਨਤਾਰਨ ਤੋਂ ਆ ਕੇ ਅੰਮ੍ਰਿਤਸਰ ਦੀ ਰਾਜਨੀਤੀ 'ਚ ਤੁਸੀਂ ਪੈਰ ਜਮਾਇਆ। ਪਹਿਲੀ ਵਾਰੀ 2012 'ਚ ਤੁਸੀਂ ਐਮਐਲਏ ਬਣ ਗਏ, ਦੂਜੀ ਵਾਰੀ 2007 'ਚ ਤੁਸੀਂ ਐਮਐਲਏ ਬਣ ਗਏ, 2012 'ਚ ਤੁਸੀਂ ਫਿਰ ਐਮਐਲਏ ਬਣੇ, ਤੁਹਾਨੂੰ ਮੰਤਰੀ ਬਣਨ ਦਾ ਮੌਕਾ ਮਿਲਿਆ। ਅਨਿਲ ਜੋਸ਼ੀ ਇੱਕ ਐਸਾ ਚਿਹਰਾ ਹੈ ਭਾਜਪਾ ਦਾ ਜਿਹਦੇ ਕੋਲ ਜਿਹੜਾ ਕਹਿੰਦਾ ਸੀ ਵੀ ਆਉਣ ਵਾਲਾ ਪੰਜਾਬ ਦਾ ਜੇ ਕੋਈ ਫੇਸ ਹੈ ਤੇ ਅਨਿਲ ਜੋਸ਼ੀ ਹੈ। ਪਰ ਅੱਜ ਜੇ ਅਸੀਂ ਗੱਲ ਕਰੀਏ ਭਾਜਪਾ ਦੇ ਵਿੱਚ ਅਨਿਲ ਜੋਸ਼ੀ ਦੀ ਉਹ ਵਾਲੀ ਜਗ੍ਹਾ ਨਹੀਂ ਰਹੀ। ਉਹਦਾ ਕਾਰਨ ਜਗ੍ਹਾ ਕੋਈ ਕਿਸੇ ਨੇ ਨਹੀਂ ਬਣਾਉਣੀ ਹੁੰਦੀ। 2012 ਤੋਂ 17 ਤੱਕ ਤੇ ਮੈਂ ਮਿਨਿਸਟਰ ਰਿਹਾ ਵਾਂ ਜੀ। ਉਸ ਤੋਂ ਬਾਅਦ ਸਾਡੀ ਸਰਕਾਰ ਨਹੀਂ ਗਈ, ਤੇ ਜੇ ਆਪਾਂ ਇਹ ਵੇਖੀਏ ਵੀ ਮੈਂ ਜਗ੍ਹਾ ਜੇ ਕੋਈ ਆਖਾਂ, ਮੈਂ ਸੋਚਾਂ ਵੀ ਮੈਨੂੰ ਕੋਈ ਜਨਰਲ ਸੈਕਟਰੀ, ਉਹ ਸਾਡੇ ਵਾਸਤੇ ਉਹ ਲੈਵਲ ਹੈ ਹੀ ਨਹੀਂਗਾ। ਮੇਰਾ ਇਹ ਸਵਾਲ ਨਹੀਂ, ਮੇਰਾ ਸਵਾਲ ਹੈ ਤੁਸੀਂ ਦੇਖੋ ਬਹੁਤ ਘੱਟ ਲੋਕ ਹੁੰਦੇ ਆ ਜਿਨ੍ਹਾਂ ਨੂੰ ਇੰਨਾ ਤਾਕਤਵਰ, ਤੁਸੀਂ ਦੇਖੋ ਤੁਹਾਨੂੰ ਇੰਨਾ ਤਾਕਤਵਰ ਮਹਿਕਮਾ ਮਿਲਿਆ। ਮੈਂ ਸਮਝ ਗਿਆ ਤੁਹਾਡੀ ਸੀਐਮ ਸਾਹਿਬ ਤੋਂ ਬਾਅਦ ਇੱਕ ਲੋਕਲ ਬੋਡੀ ਮੰਤਰਾਲਾ ਐਸਾ ਹੁੰਦਾ ਹੈ ਜਿਹੜਾ ਬਹੁਤ ਪਾਵਰਫੁਲ ਹੁੰਦਾ ਹੈ, ਕਿਉਂਕਿ ਤੁਸੀਂ ਪੰਜਾਬ 'ਚ ਛੋਟੇ ਮਤਲਬ ਬਹੁਤ ਜਲਦ ਗਰੋ ਕੀਤਾ ਸੀ। ਹੁਣ ਤੁਸੀਂ ਮਤਲਬ ਕਿਤੇ ਨਾ ਕਿਤੇ ਲੱਗ ਰਿਹਾ ਕਿ ਵੀ ਜੋਸ਼ੀ ਸਾਹਿਬ ਨੂੰ ਸਾਈਡਲਾਈਨ ਕਰਤਾ ਗਿਆ। ਹਾਂ, ਇਹਨਾਂ ਦੀ ਕੋਸ਼ਿਸ਼ ਰਹੀ ਹੈ, ਮੈਂ ਫੀਲ ਕੀਤਾ ਇਹਨਾਂ ਦੀ ਕੋਸ਼ਿਸ਼ ਰਹੀ ਹੈ, ਕਿਉਂਕਿ ਇਹਨਾਂ ਨੂੰ ਮੇਰੇ ਤੋਂ ਡਰ ਹੀ ਬਹੁਤ ਲੱਗਦਾ ਰਿਹਾ। ਮੈਂ ਕੰਮ ਹੀ ਇੰਨਾ ਕੁ ਕਰਤਾ, ਲੋਕ ਮੇਰੇ ਨਾਲ ਆ, ਪਰ ਪਾਰਟੀ ਦੇ ਕੁਝ ਲੀਡਰਾਂ ਜਿਨ੍ਹਾਂ ਨੂੰ ਮੇਰੇ ਤੋਂ ਡਰ ਲੱਗਦਾ ਸੀ, ਇਨਸਿਕਿਉਰਿਟੀ ਫੀਲਿੰਗ ਜਿਨ੍ਹਾਂ ਨੂੰ ਆਉਂਦੀ ਸੀ, ਉਹਨਾਂ ਨੇ ਪੂਰੀ ਵਾਹ ਲਾ ਕੇ ਮੇਰੇ ਆਲੇ ਦੁਆਲੇ ਕੰਧਾਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੈਂ ਤਾਂ ਇਹ ਕਹੂੰਗਾ ਵੀ ਜਿਸ ਤਰ੍ਹਾਂ ਇਹ ਨਹੀਂ ਹੁੰਦਾ ਵੀ ਮੈਂ 14 ਸਾਲ ਮੈਂ ਸੰਗਠਨ ਦਾ ਕੰਮ ਕੀਤਾ। 1986 ਦੇ ਵਿੱਚ 1986 ਦੇ ਵਿੱਚ ਮੈਂ ਸੰਗਠਨ ਸੰਘ ਦੇ ਵਿੱਚ ਆਇਆ, BHP ਬਜਰੰਗ ਦਲ ਦਾ ਕੰਮ ਕੀਤਾ। 2000 'ਚ ਮੈਂ ਮੰਡਲ ਪ੍ਰਧਾਨ, ਇਹਦਾ ਮਤਲਬ 14 ਸਾਲ ਉਹ ਪਹਿਲੇ ਜੀ ਤੇ 21 ਐ ਵਾ 35 ਸਾਲ ਹੋ ਗਿਆ ਮੈਨੂੰ। 21 ਸਾਲ BJP ਤੇ ਬਾਕੀ ਸੰਗਠਨ ਦੇ। ਮੰਡਲ ਪ੍ਰਧਾਨ ਮੈਂ 2000 'ਚ ਬਣਿਆ। ਮੈਂ ਉਹਦੇ ਚੋਂ ਇਹ 4.5 ਸਾਲ ਕੱਢ ਦੀ ਇਹਨਾਂ ਦੇ 31 ਸਾਲ ਮੈਂ 18 ਘੰਟੇ ਕੰਮ ਕਰਨ ਵਾਲਾ ਕਾਰਜਕਰਤਾ ਸੀਗਾ, ਭਾਵੇਂ ਮੰਤਰੀ ਰਿਹਾ, MLA ਰਿਹਾ, ਆਪਾਂ ਹੋਰ ਕਿਸੇ ਸੰਗਠਨ 'ਚ ਕੰਮ ਕੀਤਾ, ਜ਼ਿਲ੍ਹਾ ਪ੍ਰਧਾਨ 2 ਵਾਰੀ ਰਿਹਾ, ਮੰਡਲ ਪ੍ਰਧਾਨ ਰਿਹਾ। ਤੇ ਮੈਨੂੰ ਐ ਨਾ ਜਿਸ ਤਰ੍ਹਾਂ ਕੋਈ ਸਮਾਨ ਨਹੀਂ ਆਪਾਂ ਘਰ 'ਚ ਬੰਨ੍ਹ ਕੇ ਨਾ ਕਿਸੇ ਬੋਰੀ 'ਚ ਪਾ ਕੇ ਵਾਧੂ ਸਮਾਨ ਤੇ ਸਟੋਰ 'ਚ ਸੁੱਟ ਦਈਏ, ਇਹਨਾਂ ਦੀ ਕੋਸ਼ਿਸ਼ ਇਹ ਸੀ। ਪਰ ਜਦੋਂ ਅੰਦਰ ਜਜ਼ਬਾ ਹੋਵੇ ਨਾ ਕੰਮ ਕਰਨ ਦਾ, ਜਾਂ ਕੋਈ ਮਤਲਬ ਜਿਹੜਾ ਵਾ ਉਹ ਲੰਬਾ ਚਿਰ ਪੇਸ਼, ਵੇਖੋ ਪਾਰਟੀ ਦੀ ਰੀਤੀ ਨੀਤੀ 'ਚ ਚੱਲਣ ਦੀ ਬਹੁਤ ਕੋਸ਼ਿਸ਼ ਕੀਤੀ ਆ ਆਪਾਂ, ਲਾਈਨ ਨਾ ਕ੍ਰਾਸ ਹੋਵੇ ਉਹਦੇ ਹਿਸਾਬ ਨਾਲ ਬਹੁਤ ਕੋਸ਼ਿਸ਼ ਕੀਤੀ ਆ। ਪਾਰਟੀ ਦੀਆਂ ਮੀਟਿੰਗਾਂ 'ਚ, ਕਾਰਿਆਕਾਰਨੀ 'ਚ, ਫਿਰ ਲੁਧਿਆਣੇ ਇੱਕ ਮੀਟਿੰਗ ਹੋਈ, ਫਿਰ ਇੱਥੇ ਮੀਟਿੰਗ ਆ ਮਹੀਨਾ ਕੁ ਪਹਿਲਾਂ, ਫਿਰ ਅਸ਼ਵਨੀ ਜੀ ਆਏ, ਉਦੋਂ ਵੀ ਮੈਂ ਆਇਆ, ਉਦੋਂ ਵੀ ਇਹ ਗਰਮ ਥੋੜ੍ਹਾ ਜਿਹਾ ਹੋਏ ਮੇਰੇ ਨਾਲ। ਪਰ ਮੈਂ ਆਪਣਾ ਸਟੈਂਡ ਜਿਹੜਾ ਇਹ ਰੱਖਿਆ। ਪਰ ਇਹ ਆ ਕਿ ਇਹ ਜਦੋਂ ਕਿਸੇ ਦੀ ਸਕਿੱਲ ਨੂੰ ਕੋਈ ਖਤਮ ਨਹੀਂ ਕਰ ਸਕਦਾ, ਕਿਸੇ ਦੇ ਜਜ਼ਬੇ ਨੂੰ ਕੋਈ ਖਤਮ ਨਹੀਂ ਕਰ ਸਕਦਾ ਹੁੰਦਾ। ਮੈਨੂੰ ਵੀ ਲੱਗਾ ਵੀ ਆਪਣਾ ਹਾਲੇ ਕੋਈ ਜੇ ਇਹਨਾਂ ਨੂੰ ਲੱਗਦਾ ਵਾ ਕੁਝ ਇਹ ਆਪਣੇ ਛਾਲਾ ਮਾਰ ਲੈਣ, ਇਹ ਆਪਣਾ ਜੋ ਕਰ ਸਕਦੇ ਕਰ ਲੈਣ। ਅੱਜ ਵੀ ਲੋਕ ਮੇਰੇ ਨਾਲ ਹੈ, ਤੁਸੀਂ ਅੰਮ੍ਰਿਤਸਰ ਜਿੱਥੋਂ ਮਰਜ਼ੀ ਪੁੱਛ ਲਓ। ਉਹੀ ਲੋਕ ਜਿਹੜੇ ਲੋਕ ਤੁਹਾਡਾ ਵਿਰੋਧ ਕਰਦੇ ਜਾਂ ਤੁਹਾਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦੇ ਰਹੇ, ਜਿਨ੍ਹਾਂ ਤੁਹਾਡੇ ਦੁਆਲੇ ਕੰਧਾਂ ਕਰਨ ਦੀ ਕੋਸ਼ਿਸ਼ ਕੀਤੀ। 2017 'ਚ ਐਸੀ ਚਰਚਾ ਹੈ ਕਿ ਤੁਹਾਨੂੰ ਨਾਰਥ ਤੋਂ BJP ਦੀ ਟਿਕਟ ਲੈਣ ਵਾਸਤੇ ਕਾਫੀ ਮੁਸ਼ੱਕਤ ਕਰਨੀ ਪਈ ਸੀਗੀ। ਨਹੀਂ, ਮੈਂ ਮੰਗਣ ਨਹੀਂ ਗਿਆ। ਬਾਕੀ ਇਹ ਹੋ ਸਕਦਾ ਇਹਨਾਂ ਨੇ ਬਹੁਤ ਕੁਝ ਉੱਤੇ ਮੇਰੇ ਬਾਰੇ ਜਿਹੜਾ ਪਤਾ ਨਹੀਂ ਕੀ ਕੁਛ ਕਿਆ ਤੁਸੀਂ ਕਾਗਜ਼ ਭਰੇ ਸੀ, ਤੁਹਾਡੇ ਕੋਲ ਉਦੋਂ BJP ਦੀ ਉਸ ਦੀ ਸਰਟੀਫਿਕੇਟ ਨਹੀਂ ਸੀ? ਨਹੀਂ, ਉਦੋਂ ਤੇ ਮੈਨੂੰ ਫੋਨ ਆ ਗਿਆ ਸੀ ਵੀ ਟਿਕਟ ਹੋ ਗਈ ਆ ਤੇ ਕਾਗਜ਼ ਭਰਨ ਦੇ ਇੱਕ ਅੱਧਾ ਦਿਨ ਰਹਿ ਗਿਆ ਸੀ। ਫਿਰ ਅਸੀਂ ਤਿਆਰੀ ਕੀਤੀ ਵੀ ਆ ਜੂਗੀ, ਨਹੀਂ ਆਏ, ਉਹ ਕਾਗਜ਼ ਨਹੀਂ ਆਇਆ, ਉਹ ਅਸੀਂ ਬਾਅਦ ਚ ਲਾਤਾ। ਐਸੀ ਨਹੀਂ ਕੋਈ ਗੱਲ। ਪਰ ਗੱਲ ਤੇ ਇਹ ਆ ਵੀ ਇਹ ਕੋਸ਼ਿਸ਼ਾਂ ਜਾਰੀ ਰਹੀਆਂ।
ਪਰ ਕੋਈ ਕਿਸੇ ਨੂੰ ਜਿਹੜਾ ਨਾ ਕੋਈ ਕਿਸੇ ਦਾ ਰਸਤਾ ਨਹੀਂ ਰੋਕ ਸਕਦਾ। ਹਿੰਮਤ ਹੋਣੀ ਚਾਹੀਦੀ ਹੈ। ਇਹ ਨਹੀਂ ਲੱਗਦਾ ਫਿਰ ਤੁਸੀਂ ਵੀ ਦੇਖੋ ਤਾਂ ਤੁਸੀਂ ਤਾਂ ਕੰਮ ਤਾਂ ਪਾਰਟੀ ਦੇ ਕਰ ਰਹੇ, ਜੇ ਅਨਿਲ ਜੋਸ਼ੀ ਮਜ਼ਬੂਤ ਹੁੰਦਾ ਤੇ ਬੀਜੇਪੀ ਹੀ ਮਜ਼ਬੂਤ। ਮੈਂ ਸਾਰੇ ਪੰਜਾਬ 'ਚ ਕੰਮ ਕੀਤਾ, ਪਾਰਟੀ ਚਾਹੁੰਦੀ ਤਾਂ ਮੈਂ ਪੂਰੇ ਪੰਜਾਬ ਦੇ ਵਿੱਚ ਜਿਨ੍ਹਾਂ ਲੋਕਾਂ ਦੇ ਕੰਮ ਕੀਤੇ ਆ, ਸਭ ਲੋਕਾਂ ਦੇ ਕੰਮ ਕੀਤੇ, ਹਰ ਵਰਗ ਦਾ ਕੰਮ ਕੀਤਾ, ਸਭ ਲੋਕਾਂ ਨੂੰ ਮੈਂ ਹੋਰ ਬਹੁਤ ਸਾਰੇ ਲੋਕਾਂ ਨੂੰ ਜੋੜ ਸਕਦਾ ਸੀ, ਪਰ ਇਹਨਾਂ ਨੂੰ ਡਰ ਲੱਗਦਾ ਰਿਹਾ, ਇਹਨਾਂ ਨੇ ਮੈਨੂੰ ਆਪਣੀ ਵੱਲੋਂ ਖੁੰਝੇ ਲਾਉਣ ਦੀ। ਤੁਸੀਂ ਇਹ ਵੇਖੋ, ਮੈਂ ਕੈਬਨਿਟ 'ਚ ਮਿਨਿਸਟਰ ਰਿਹਾ, ਹੁਣ ਮਤਲਬ ਸਾਡਾ ਦਿਮਾਗ ਕੋਈ ਘੱਟ ਹੋ ਗਿਆ ਸੀ। ਇਹਨਾਂ ਨੂੰ 20 ਵਾਰੀ ਕਿਹਾ ਨਾ, ਸਲਾਹ ਲੈਣ ਦੀ ਕੋਸ਼ਿਸ਼ ਨਹੀਂ ਕੀਤੀ, ਸਾਨੂੰ ਕਿਸੇ ਮੀਟਿੰਗ 'ਚ ਬੁਲਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਜਨਰਲ ਕਾਰਿਆਕਾਰਨੀ ਹੋਈ ਤਾਂ ਬੁਲਾ ਲਿਆ, ਨਹੀਂ ਤਾਂ ਵਰਚੁਅਲ ਮੀਟਿੰਗ 'ਚ ਹੋਰ ਕੋਈ ਗੱਲ ਹੋਈ ਤਾਂ ਬੁਲਾ ਲਿਆ ਹੈ। ਨਹੀਂ ਤੇ ਅਸੀਂ ਮਤਲਬ ਜਿਹੜਾ ਵਾ ਅੱਜ ਸਲਾਹ ਦੇਣ ਦੇ ਕੀ ਕਾਬਲ ਨਹੀਂ ਸੀ ਹੈਗੇ। ਅੱਜ ਮੈਂ ਕੱਲ ਦਾ ਪਰਸੋਂ ਦਾ ਮੀਡੀਆ ਅੱਗੇ ਬੋਲ ਰਿਹਾ ਹੈ। ਤੇ ਇਹ ਜਿਹੜਾ ਵਾ ਹੁਣ ਜੇ ਇਹਨਾਂ ਨੂੰ ਲੱਗਦਾ ਵਾ ਹੁਣ ਹਲਚਲ ਮੱਚੀ ਆ। ਲੋਕ ਨੇ ਜੋਸ਼ੀ ਸਾਹਿਬ ਜਿਹੜੇ ਤੁਹਾਨੂੰ ਕਮਜ਼ੋਰ ਕਰ ਰਹੇ, ਕੌਣ ਲੋਕ, ਉਹਨਾਂ ਨੂੰ ਪਤਾ ਹੀ ਆ ਕੌਣ। ਮੈਂ ਛੋਟੀਆਂ ਗੱਲਾਂ, ਕੋਈ ਹੈ ਹੀ ਨਹੀਂ ਮੇਰੇ ਲੈਵਲ ਦਾ, ਤੁਹਾਨੂੰ ਮੈਂ ਦੱਸਾਂ। ਤੇ ਜੋਸ਼ੀ ਸਾਹਿਬ ਹੁਣ ਤੁਸੀਂ ਜਿੰਨੂੰ ਮਰਜ਼ੀ ਪੁੱਛ ਲਓ, ਤੁਸੀਂ ਹੁਣ 2022 ਜਿਹੜੇ ਕਾਉਂਸਲਰ ਨਹੀਂ ਜਿੱਤ ਸਕਦੇ ਉਹ ਮੁਕਾਬਲਾ ਨਹੀਂ ਕਰ ਸਕਦੇ ਅਨਿਲ ਜੋਸ਼ੀ। ਤੁਹਾਡਾ ਇਸ਼ਾਰਾ ਸਮਝ ਗਏ, ਲੋਕ ਵੀ ਸਮਝ ਜਾਣਗੇ ਵੀ ਜਿਹੜਾ ਕਾਉਂਸਲਰ ਕੁਛ ਨਹੀਂ, ਮੈਂ ਤਾਂ ਗਿੰਦਾ ਹੀ ਨਹੀਂ, ਮੈਂ ਬੌਦਰ ਹੀ ਨਹੀਂ ਕੀਤਾ। ਤੇ ਜੋਸ਼ੀ ਸਾਹਿਬ ਇਹਨਾਂ ਮੰਡਲ ਕੀ ਉਹ ਕੀ ਆ ਕੀ ਜੋ ਮਰਜ਼ੀ, ਮੈਂ ਬੌਦਰ ਹੀ ਨਹੀਂ ਕੀਤਾ, ਮੈਨੂੰ ਲੋੜ ਹੀ ਨਹੀਂ ਸੀ ਇਹਨਾਂ ਚੀਜ਼ਾਂ ਦੀ। ਇਸ ਵੇਲੇ ਜਿਹੜਾ ਬੋਲਣ ਦਾ ਇਸ ਕਾਰਨ, ਇਹ ਬਹੁਤ ਵੱਡਾ ਕਾਰਨ ਤੇ ਨਹੀਂ ਸਮਝਾਇਆ ਜਾਏ ਕਿਉਂਕਿ ਤੁਹਾਨੂੰ ਨਹੀਂ ਇਹ ਗੱਲ ਤੁਸੀਂ ਮੈਨੂੰ ਸਵਾਲ ਕੀਤਾ ਮੈਂ ਤਾਂ ਕੀਤੀ ਹੈ, ਨਹੀਂ ਤੇ ਮੈਂ ਤੁਹਾਨੂੰ ਦੱਸਿਆ 8 ਮਹੀਨੇ ਤੋਂ ਜਦੋਂ ਇੱਥੇ ਬੈਠੇ ਸੀ। ਨਹੀਂ, ਮੇਰਾ ਸਵਾਲ ਹੋ ਰਿਹਾ ਉਹਦਾ ਨਾਲ ਸਵਾਲ, ਮੇਰਾ ਸਵਾਲ ਹੈ ਵੀ ਤੁਸੀਂ ਹੁਣ ਕਿਸਾਨਾਂ ਦੇ ਪੱਖ 'ਚ ਬੋਲੇ, ਤੁਹਾਨੂੰ ਪਤਾ ਵੀ ਬੀਜੇਪੀ ਦੇ ਹਾਲਾਤ ਜਿਹੜੇ ਉਹ ਪੰਜਾਬ ਦੇ, ਕਿਉਂਕਿ ਇਲੈਕਸ਼ਨ ਆਉਣ ਵਾਲੇ ਬਹੁਤ ਚੰਗੇ ਨਹੀਂ ਹੈ, ਜਿੱਥੇ ਜਾਂਦੇ ਬੀਜੇਪੀ ਦਾ ਵਿਰੋਧ ਹੁੰਦਾ ਹੈ। ਕਈ ਜੋ ਮਰਜ਼ੀ ਜਾਣ, ਸੱਚ ਇਹ ਹੈ ਕਿ ਇਹਨਾਂ ਨੂੰ ਘਰਾਂ 'ਚੋਂ ਬਾਹਰ ਨਹੀਂ ਨਿਕਲਣ ਦੇਂਦੇ, ਫਾਰਮਰ ਪਿੰਡਾਂ 'ਚ ਨਹੀਂ ਵੜਨ ਦੇ ਰਹੇ ਇਹਨਾਂ ਨੂੰ, ਕਿਉਂਕਿ ਜੋਸ਼ੀ ਸਾਹਿਬ ਨੂੰ ਲੱਗ ਗਿਆ ਕਿ ਹੁਣ ਬੀਜੇਪੀ ਜਿੱਤਣੀ ਤਾਂ ਹੈ ਨਹੀਂ ਤੇ ਮੈਂ ਆਪਣੀ ਜ਼ਮੀਨ ਪਹਿਲੇ ਤਿਆਰ ਕਰਨਾ। ਜ਼ਮੀਨ ਤਾਂ ਮੇਰੀ ਆਲਰੇਡੀ ਪਹਿਲਾਂ ਵੀ ਤਿਆਰ ਆ, ਮੇਰੀ ਜ਼ਮੀਨ ਤੇ ਕਿਤੇ ਖਿਸਕੀ ਨਹੀਂ। ਤੁਸੀਂ ਬੱਚੇ ਨੂੰ ਪੁੱਛੋ ਕਦੇ ਨਾਲ ਹੈਗੇ, ਅੱਜ ਵੀ ਅਫਸੋਸ ਕਰਦੇ ਆ, ਉਹ ਅੱਜ ਪਛਤਾਉਂਦੇ ਆ ਵੀ ਅਸੀਂ ਮਤਲਬ ਜਿਹੜਾ ਵਾ ਅਨਿਲ ਜੋਸ਼ੀ ਨੂੰ ਹਰਾ ਕੇ ਸਾਨੂੰ ਪਛਤਾਵਾ ਵਾ ਹੈ। ਮੈਂ ਤੇ ਜਦੋਂ ਦਾ ਇਹ ਐਜੀਟੇਸ਼ਨ ਸ਼ੁਰੂ ਹੋਈ ਤੁਹਾਨੂੰ ਦੱਸਿਆ, ਮੈਂ ਉਦੋਂ ਦਾ ਹੀ ਲੱਗਾ, ਪਰ ਮੈਨੂੰ ਇਹ ਸੀ ਮੈਂ ਲਾਈਨ ਨਾ ਕ੍ਰਾਸ ਕਰਾਂ। ਪਰ ਜਦੋਂ ਬਾਰ ਨਹੀਂ ਸੁਣਵਾਈ ਹੋਈ ਤੇ ਫਿਰ ਮੈਂ ਬੋਲਿਆ। ਕਿਉਂ ਬੋਲਿਆ ਵੀ ਜਦੋਂ ਮੈਂ ਕਾਰਿਆਕਾਰਨੀ 'ਚ ਬੋਲਿਆ ਸੀ ਤੇ ਸਾਰੇ ਜਿੰਨੇ ਕਾਰਿਆਕਾਰਨੀ 'ਚ 200 ਕਾਰਿਆਕਰਤਾ ਹੁੰਦਾ ਤੇ ਘੱਟ ਤੋਂ ਘੱਟ 100 ਬੰਦੇ ਨੇ ਜਿਹੜਾ ਕਹਿ ਸਕਿਆ, ਜਦ ਕੋਲ ਕਈਆਂ ਨੇ ਫੋਨ ਕਰਕੇ, ਕਈਆਂ ਨੇ ਉੱਥੇ ਮੈਨੂੰ ਕਿਹਾ ਸਾਡੇ ਮਨ ਦੀ ਗੱਲ ਤੁਸੀਂ ਕੀਤੀ ਆ, ਅਸੀਂ ਨਹੀਂ ਕਹਿ ਪਾਉਂਦੇ ਨਾ ਸੁਣਦੇ ਆਏ, ਤੁਸੀਂ ਇਕੱਲਿਆਂ ਨੇ ਸਾਡੇ ਸਭ ਦੇ ਮਨ ਦੀ ਗੱਲ ਕੀਤੀ ਆ। ਤੇ ਕੱਲ ਪਰਸੋਂ ਦੇ ਮੈਨੂੰ ਇੰਨੇ ਕੁ ਫੋਨ ਆਏ ਆ ਪਾਰਟੀ ਦੇ ਜਿੰਨੇ ਵੀ ਲੀਡਰ ਆ ਪੰਜਾਬ ਦੇ ਵੀ ਉਹ ਅਸੀਂ ਤੁਹਾਡੇ ਨਾਲ ਆ, ਤੁਸੀਂ ਸਾਡੇ ਮਨ ਦੀ ਗੱਲ ਕੀਤੀ ਆ, ਇਹਨਾਂ ਨੂੰ ਮਸਲਾ ਹੱਲ ਕਰਨਾ ਚਾਹੀਦਾ, ਇਹਨਾਂ ਨੂੰ ਸਟੈਂਡ ਲੈਣਾ ਚਾਹੀਦਾ। ਇਹ ਕੋਈ ਮੇਰਾ ਇਕੱਲੇ ਦਾ ਮਤ ਨਹੀਂ ਆ, ਬਹੁਤ ਸਾਰਿਆਂ ਦਾ ਮਤ ਹੈ, ਪਰ ਇੰਨੀ ਹਿੰਮਤ ਨਹੀਂ ਕਰ ਪਾਏ। ਮੇਰਾ ਇਹ ਸਵਾਲ ਸੀ ਵੀ ਕਿਤੇ ਜੋਸ਼ੀ ਸਾਹਿਬ ਬੀਜੇਪੀ ਦੀ ਜ਼ਮੀਨ ਖਿਸਕ ਰਹੀ ਹੈ, ਇਸ ਕਰਕੇ ਤੁਸੀਂ ਆਪਣੀ ਜ਼ਮੀਨ ਪਹਿਲੇ ਤਿਆਰ ਕਰਨੀ ਸ਼ੁਰੂ ਕਰਤੀ ਹੈ ਕਿਸਾਨਾਂ ਦੇ ਫੇਵਰ 'ਚ ਬੋਲ ਕੇ। ਮੈਂ ਤਾਂ ਪਹਿਲਾਂ ਤਾਂ ਤੁਹਾਨੂੰ ਦੱਸਿਆ ਫੇਵਰ 'ਚ ਬੋਲਦਾ ਪਿਆ, ਮੇਰਾ ਤੇ ਕੋਈ ਘਰਾਓ ਨਹੀਂ ਕੀਤਾ ਕਿਸੇ ਨੇ, ਵੇਖਿਆ ਜੀ ਕਿੰਨੇ ਘਰਾਓ ਕੀਤਾ ਮੇਰਾ। ਇੱਕ ਵਾਰੀ ਰੋਕਿਆ ਸੀ ਤੁਸੀਂ ਕਿੱਥੇ? ਨਾਲ ਉਹ ਤਾਂ ਸਾਂਪਲਾ ਜੀ ਕਰਕੇ ਸੀ ਉਹ, ਪਰ ਮੈਨੂੰ 15 ਮਿੰਟ ਮੇਰੀ ਚਰਚਾ ਹੋਈ ਹੈ ਤੁਹਾਡੇ ਸਾਹਮਣੇ ਬਹਿ ਕੇ, ਮੇਰੀ ਚਰਚਾ ਹੋਈ ਹੈ ਤੁਹਾਡੇ ਸਾਹਮਣੇ ਬਹਿ ਕੇ, ਤੇ 15 ਮਿੰਟਾਂ 'ਚ ਆਉਂਦੇ ਤੁਸੀਂ ਜਾਓ ਜੀ, ਤੁਸੀਂ ਤਾਂ ਸਾਡੇ ਕੰਮ ਕਰਦੇ। ਇਸ ਕਰਕੇ ਮੈਂ ਕਿਸਾਨ ਆ, ਮੈਂ ਮੇਰੀ ਪਿੰਡੂ ਭਾਸ਼ਾ ਵਾ, ਮੇਰੀ ਉਹ ਬੋਲੀ ਸਮਝਦੇ। ਜਿਹੜੇ ਪਿੰਡ ਨੂੰ ਪਿੰਡ ਆਂਦੇ ਆ ਉਹਨੂੰ ਕੀ ਗੱਲ ਉਹ ਸਮਝਾਉਣਗੇ ਪਿੰਡਾਂ ਵਾਲਿਆਂ ਨੂੰ। ਜੋਸ਼ੀ ਸਾਹਿਬ 2017 ਦੀ ਜੇ ਗੱਲ ਕਰੀ, ਜਦੋਂ ਚੁਣਾਵ ਹੋਏ ਨੇ, ਉਦੋਂ ਬੀਜੇਪੀ ਦਾ ਇੱਕ ਸਰਵੇਖਣ ਹੁੰਦਾ ਹੈ ਤੇ ਪੰਜਾਬ 'ਚ ਸਿਰਫ ਇੱਕੋ ਸੀਟ ਜਿੱਤਦੀ ਨਜ਼ਰ ਆਉਂਦੀ ਹੈ, ਉਹ ਆਉਂਦੀ ਅਨਿਲ ਜੋਸ਼ੀ ਦੀ, ਤੇ ਅਨਿਲ ਜੋਸ਼ੀ ਹਾਰ ਜਾਂਦੇ ਨੇ। ਤੁਸੀਂ ਕੀ ਸਮਝਦੇ ਹੋ ਇਹਦਾ ਕੀ ਕਾਰਨ ਰਿਹਾ? ਚਲੋ ਜੋ ਕਾਰਨ ਲਿਆ ਇਹ ਮੁਕੱਦਰ ਹੁੰਦਾ ਆਪਣਾ ਉਹੋ ਜਿਹੇ ਕਾਰਨ ਬਣ ਜਾਂਦੇ ਆ। ਬਥੇਰੇ ਆਪਣੇ ਦੋਸਤ ਮਿੱਤਰ ਹੈਗੇ ਤੁਹਾਨੂੰ ਦੱਸਿਆ, ਜਿਨ੍ਹਾਂ ਨੂੰ ਲੱਗਦਾ ਸੀ ਵੀ ਇਸ ਤਰ੍ਹਾਂ ਹੀ ਅਸੀਂ ਅਨਿਲ ਜੋਸ਼ੀ ਦੀ ਲੀਕ ਖਰੇ ਮਿਟਾ ਦੇਣੀ ਆ। ਲੀਕ ਆਪਣੀ ਵੱਡੀ ਵਾਂ ਦੂਜੇ ਦੀ ਜਿਹੜੀ ਆ ਨਾ ਉਹ ਛੋਟੀ ਲੱਗਣੀ ਸ਼ੁਰੂ ਹੁੰਦੀ ਆ। ਕਿਸੇ ਦੂਜੇ ਦੀ ਲੀਕ ਮਿਟਾ ਕੇ ਕੋਈ ਅੱਗੇ ਨਹੀਂ ਆ ਸਕਦਾ, ਪਰ ਇਹੀ ਕੋਸ਼ਿਸ਼ ਇਹਨਾਂ ਨੇ ਕੀਤੀ ਆ ਜਿਹੜੀ ਹੁਣ ਤੁਹਾਡੇ ਸਾਹਮਣੇ ਨਾਕਾਮਯਾਬ ਹੀ ਆ। ਪਹਿਲਾਂ ਹੀ ਜੋ ਅਸੀਂ ਮੰਨ ਕੇ ਚੱਲੀਏ ਵੀ ਤੁਸੀਂ ਭਾਜਪਾ ਨੂੰ ਅਲਵਿਦਾ ਕਹਿ ਰਹੇ ਹੋ? ਨਹੀਂ ਮੈਂ ਤੈਨੂੰ ਕਿੰਨੇ ਆਖਿਆ, ਜੇ ਅਲਵਿਦਾ ਕਹਿਣਾ ਤਾਂ ਮੈਂ 4 ਦਿਨ ਪਹਿਲਾਂ ਵੀ ਫਿਰ ਕਹਿ ਦਿੰਦਾ। ਭਾਜਪਾ ਦਾ ਦੇਖੋ ਇੱਕ ਤਰ੍ਹਾਂ ਦਾ ਵਿਰੋਧ ਕਰੇ ਨਾ ਕਿਸਾਨਾਂ ਦੀ ਫੇਵਰ 'ਚ ਬੋਲ ਕੇ, ਇਹ ਕਿਸ ਤਰ੍ਹਾਂ ਹੋ ਗਿਆ ਜੀ? ਮੈਂ ਤਾਂ ਭਾਰਤੀ ਜਨਤਾ ਪਾਰਟੀ ਦੇ ਕਾਰਿਆਕਰਤਾ ਦੀ ਭਾਵਨਾ ਤੁਹਾਨੂੰ ਦੱਸਿਆ, ਸਭ ਦੇ ਫੋਨ ਆਏ ਆ ਮੈਨੂੰ, ਪੰਜਾਬ ਸਾਰੇ ਦੇ ਕਾਰਿਆਕਾਰਨੀ ਸਭ ਨੇ ਮੈਨੂੰ ਕਿਹਾ ਕਿਉਂ ਨਹੀਂ ਬੋਲਦੇ ਜਿਵੇਂ ਤੁਸੀਂ ਅਨਿਲ ਜੋਸ਼ੀ ਬੋਲੇ? ਵਿਚਾਰਿਆਂ ਨੂੰ ਡਰ ਹੁੰਦਾ ਉਹਨਾਂ ਨੂੰ, ਉਹ ਨਹੀਂ ਇਹ ਉਹਨਾਂ ਦੀ ਗੱਲ ਸੁਣਵਾਈ ਨਹੀਂ ਕਰਦੇ, ਉਹ ਨਹੀਂ ਇੰਨੇ ਮੁਖਰ ਹੋ ਸਕਦੇ, ਉਹਨਾਂ ਨੂੰ ਨਹੀਂ ਤਰੀਕਾ ਆਉਂਦਾ, ਨਹੀਂ ਆਦਤ ਆਉਂਦੀ। ਉਹ ਛੋਟੇ ਲੈਵਲ ਦੇ ਵਿਚਾਰੇ, ਕੋਈ ਜ਼ਿਲ੍ਹਾ ਅਧਿਕਸ਼ ਆ, ਕੋਈ ਪੂਰਵ ਚੇਅਰਮੈਨ ਆ, ਕੋਈ ਕਾਰਿਆਕਾਰਨੀ ਦਾ ਮੈਂਬਰ ਆ, ਕੋਈ ਪ੍ਰਦੇਸ਼ ਕਾਰਿਆਕਾਰਨੀ ਦਾ ਮੈਂਬਰ ਆ, ਉਹਨਾਂ ਦਾ ਵਿਚਾਰਿਆਂ ਨੂੰ ਆਪਣੇ ਆਪ ਨੂੰ ਨਹੀਂ ਸਮਝਦੇ ਵੀ ਅਸੀਂ ਇਹਨਾਂ ਦੇ ਸਾਹਮਣੇ ਕੋਈ ਗੱਲ ਕਰੀਏ। ਉਹਨਾਂ ਨੂੰ ਜਿਹੜਾ ਕੋਈ ਗੱਲ ਕਰਦਾ ਵਾ ਉਹ ਉਸ ਤਰ੍ਹਾਂ ਤੁਹਾਨੂੰ ਦੱਸਿਆ ਫੋਨ ਕਰਕੇ ਆਂਦੇ ਆ, ਸਾਰੇ ਹੀ ਆਂਦੇ ਆ। ਅੱਜ ਪਤਾ ਨਹੀਂ ਕੱਲ ਦਾ 100 ਫੋਨ ਆਇਆ ਮੈਨੂੰ ਇਸ ਗੱਲ ਦਾ। ਇਸ ਕਰਕੇ ਇਹ ਕੋਈ ਮੈਂ ਇਹ ਨਹੀਂ ਆ ਵੀ ਬੀਜੇਪੀ ਦੇ ਅਗੇਂਸਟ ਬੋਲਦਾ ਪਿਆ, ਮੈਂ ਬੀਜੇਪੀ ਦੇ ਭਲੇ 'ਚ ਬੋਲਦਾ ਪਿਆ। ਅਸੀਂ ਰਾਜਨੀਤੀ ਇੱਥੋਂ ਕਰਨੀ, ਵੋਟਾਂ ਇੱਥੋਂ ਲੈਣੀਆਂ।
ਮੇਰੀ ਗੱਲ ਸੁਣੋ, ਮੈਂ ਐਮਐਲਏ ਬਣਿਆ, ਤੁਹਾਨੂੰ ਯਾਦ ਹੋਣਾ ਚਾਹੀਦਾ। ਮੈਂ ਐਮਐਲਏ ਬਣ ਕੇ ਇੱਕ ਧਰਨਾ ਦਿੱਤਾ, ਪਾਰਟੀ ਦੇ ਖਿਲਾਫ ਦਿੱਤਾ ਸੀ ਉਹ ਧਰਨਾ। ਕੁੰਵਰ ਵਿਜੇ ਪ੍ਰਤਾਪ ਉਹ ਪਾਰਟੀ ਦੇ ਖਿਲਾਫ ਧਰਨਾ ਸੀ। ਮੈਂ ਪਾਰਟੀ ਨੂੰ ਕਿਹਾ ਜਾਂ ਵਰਕਰ ਤੇ ਜਾਂ ਅਫਸਰ, ਤੁਸੀਂ ਚੋਇਸ ਕਰਨੀ ਹੈ। ਮੈਂ ਐਮਐਲਏ ਵਰਕਰ ਆ ਪਾਰਟੀ ਦਾ, ਤੇ ਅਫਸਰ ਕਿਹਨੂੰ ਰੱਖਣਾ ਦੱਸੋ। ਧਰਨਾ ਲਾਇਆ, ਚੌਥੇ ਦਿਨ ਆ ਕੇ ਅਨਾਉਂਸ ਕਰਕੇ ਗਏ ਪ੍ਰੈਸ ਦੇ ਸਾਹਮਣੇ, ਇੰਨੀ ਤਰੀਕ ਨੂੰ ਜਾਊਗਾ। ਉਸ ਤੋਂ ਬਾਅਦ ਮੈਂ ਮੰਤਰੀ ਰਿਹਾ, ਲੋਕਾਂ ਕਰਕੇ ਮੈਂ ਮੱਥਾ ਲਾਉਂਦਾ ਰਿਹਾ ਸਰਕਾਰ ਦੇ ਨਾਲ। ਮੈਂ ਕਈ ਵਾਰੀ ਕਈਆਂ ਅਫਸਰਾਂ ਨੂੰ ਜਿੰਦਰਾ ਮਾਰ ਕੇ, ਬਾਰਡਰ ਜ਼ੋਨ ਦੇ ਚੀਫ ਨੂੰ ਇੱਕ ਵਾਰੀ ਮੈਂ ਲੋਕਾਂ ਕਰਕੇ ਜਿੰਦਰਾ ਮਾਰ ਕੇ ਅੰਦਰ ਡੱਕਦਾ ਹੈ ਵੀ ਜਿੰਨਾ ਚਿਰ ਇਹਨਾਂ ਦਾ ਕੰਮ ਨਹੀਂ ਕਰੇਗਾ ਬਾਹਰ ਨਹੀਂ ਨਿਕਲ ਦੇਣਾ। ਇੱਥੋਂ ਲਿਖ ਕੇ ਦੇ, ਮੈਂ ਸਰ ਕੱਲ੍ਹ ਤੋਂ ਕੰਮ ਸ਼ੁਰੂ ਕਰੂੰ ਇਹਨਾਂ ਦਾ। ਇੱਥੇ ਮੈਂ ਬਟਾਲਾ ਰੋਡ ਜਦੋਂ ਬਣਵਾਉਣੀ ਸੀ, ਉਦੋਂ ਮੈਂ ਇਹਨਾਂ ਨੂੰ PWD ਵਾਲਿਆਂ ਨੂੰ ਅੰਦਰ ਡੱਕਦਾ ਸੀ ਜਿੰਦਰਾ ਮਾਰ ਕੇ। ਇਹ ਉਦੋਂ ਖੁੱਲੂਗਾ ਜੇ ਕਹੋਗੇ ਮੈਨੂੰ ਵੀ ਹਫ਼ਤੇ ਦੇ ਵਿੱਚ ਕੰਮ ਸ਼ੁਰੂ ਕਰੋਗੇ। ਮੇਰੀ ਸ਼ੈਲੀ ਤੇ ਇਹੀ ਰਹੀ ਆ। ਇਹਨਾਂ ਚੀਜ਼ਾਂ ਤੋਂ ਮੈਂ ਗਲਤ ਨੂੰ ਗਲਤ ਕਹਿਣ ਦੀ ਮੇਰੇ 'ਚ ਹਿੰਮਤ ਆ। ਮੈਂ ਕਦੀ ਪੋਸਟਾਂ ਮਗਰ ਨਹੀਂ ਭੱਜਾ, ਪੋਸਟਾਂ ਹੀ ਮਗਰ ਭੱਜਦੀਆਂ। ਮੈਂ ਜਿੱਥੋਂ ਤੁਰਿਆ ਮੈਂ ਤੁਸੀਂ ਹਿਸਾਬ ਲਾਓ, ਮੈਂ ਜ਼ਿਲ੍ਹਾ ਪ੍ਰਧਾਨ ਸੀ ਤੇ ਮੈਂ ਜ਼ਿਲ੍ਹਾ ਪ੍ਰਧਾਨ ਬਣਦਿਆਂ ਹੀ ਕੈਪਟਨ ਸਾਹਿਬ ਦੀ ਸਰਕਾਰ ਸੀ, ਇੰਨਾ ਤਸ਼ੱਦਦ ਸੀਗਾ ਉਸ ਵੇਲੇ। ਬਾਦਲ ਸਾਹਿਬ ਹੁਣੀ ਉਹ ਆਪਣਾ ਬਾਲਾ ਸਰ ਉੱਧਰ ਜਿਹੜੇ ਹਰਿਆਣੇ 'ਚ ਆ, ਉੱਧਰ ਵਿਚਾਰੇ ਲੁਕੇ ਹੀ ਜਾ ਕੇ ਇਹ ਜਦੋਂ ਕਰਦੇ ਪਏ ਸੀ। ਤੇ ਮੈਂ ਉਸ ਵੇਲੇ ਵੰਕਈਆ ਨਾਇਡੂ ਆਲ ਇੰਡੀਆ ਪ੍ਰੈਜ਼ੀਡੈਂਟ ਤਰਨਤਾਰਨ ਉਹਨਾਂ ਦੀ ਰੈਲੀ ਕਰਾਈ ਸੀ। ਮੈਂ ਇੰਨਾ ਅਗਰੈਸਿਵ, ਤੁਹਾਨੂੰ ਦੱਸਿਆ ਨਾ, 31 ਸਾਲ ਮੈਂ 18 ਘੰਟੇ ਕੰਮ ਕੀਤਾ ਬਸ ਸੰਗਠਨ ਪਾਰਟੀ ਦਾ। ਤੁਹਾਡਾ ਮੰਤਰਾਲੇ ਹੁੰਦਾ, ਤੁਸੀਂ ਕਾਫੀ ਕੰਮ ਵੀ ਕਰਾਇਆ, ਤੁਹਾਡੇ ਤੇ ਆਰੋਪ ਵੀ ਬੜੇ ਲੱਗੇ। ਜਦ ਖੈਰ ਤੇ ਤੁਹਾਡਾ ਖਤਮ ਹੋ ਗਏ, ਕੀ ਕੱਢ ਸਕੇ ਕੋਈ? 2.5 ਸਾਲ ਸਿੱਧੂ ਸਾਹਿਬ ਲੱਗੇ ਰਹੇ, ਆਪਣੀ ਕੁਰਬਾਨੀ ਦੇ ਦਿੱਤੀ, ਇੱਕ ਹੀ ਚੱਕਰ 'ਚ 2 ਪੈਸਿਆਂ ਦਾ ਕਿਸੇ ਕੰਮ ਨਹੀਂ ਕੀਤਾ। ਜੇ ਕੰਮ ਕਰਦੇ ਸ਼ਾਇਦ ਉਹਨਾਂ ਦੀ ਕੋਈ ਜੈ-ਜੈਕਾਰ ਹੁੰਦੀ। ਕਰੋੜਾਂ ਰੁਪਏ ਦੀਆਂ ਏਜੰਸੀਆਂ ਲਿਆ ਕੇ ਇਹਨਾਂ ਨੇ ਆਡਿਟ ਕਰਾਏ। ਅਨਿਲ ਜੋਸ਼ੀ ਇੱਥੋਂ ਕੰਮ ਕੀਤਾ ਇਮਾਨਦਾਰੀ ਨਾਲ, ਇੱਕ ਪੈਸੇ ਦੇ ਕੋਈ ਪੂਰੇ ਪੰਜਾਬ 'ਚ ਇੱਥੋਂ ਦੇ ਠੇਕੇਦਾਰ, ਇੱਥੋਂ ਦੇ ਅਫਸਰ, ਪੁੱਛੋ ਕਿਸੇ ਨੂੰ ਕੋਈ ਕਵੇ ਚਾਹ ਦੇ ਕੱਪ ਦਾ ਵੀ ਰਵਾਦਾਰ ਅਨਿਲ ਜੋਸ਼ੀ। ਜੋ ਕਿੱਥੇ ਟਾਈਲਾਂ ਹੁਣ ਵੀ ਲੱਗਦੀਆਂ ਪਈਆਂ, ਕਿੱਥੇ ਫੈਕਟਰੀਆਂ, ਕਿਹਦੀਆਂ ਫੈਕਟਰੀਆਂ ਹੈ, ਕੀ ਲੱਭਾ? ਏਜੰਡਾ ਸੀਗਾ ਸਾਡੇ ਵੀ ਕੁਝ ਲੋਕਾਂ ਦਾ, ਕੁਝ ਦੂਜਾ। ਇਹਨਾਂ ਨੇ ਇੱਕ ਬਵੰਡਰ ਖੜਾ ਕੀਤਾ, ਦੁਬਈ ਹੋਟਲ, ਟਾਈਲਾਂ ਦੀਆਂ ਫੈਕਟਰੀਆਂ, ਕਿੱਥੇ ਆ ਉਹ? ਕੋਈ ਇੱਕ ਬੰਦਾ ਉਂਗਲ ਕਰੇ ਪੂਰੇ ਪੰਜਾਬ 'ਚ, ਜਿੱਥੇ ਮਰਜ਼ੀ ਕੋ। ਤੁਹਾਨੂੰ ਹਰਾਨ ਵਾਸਤੇ ਇੱਕ ਪੂਰਾ ਹਾਂ, ਇੱਕ ਇਹ ਹੁੰਦਾ ਪੋਲਿਟਿਕਸ ਕਰਦੇ ਆ। ਖਤਮ ਹੋ ਗਈਆਂ ਚੀਜ਼ਾਂ, ਉਹ ਚੀਜ਼ਾਂ ਖਤਮ ਹੋ ਗਈਆਂ। ਅਨਿਲ ਜੋਸ਼ੀ ਉਸ ਤਰ੍ਹਾਂ ਹੀ ਹੈ, ਫਿਰ ਜਦੋਂ ਐਮਐਲਏ ਨਹੀਂ ਉਦੋਂ ਵੀ ਇਸ ਤਰ੍ਹਾਂ ਹੀ ਫੱਕਣਾ ਨੂੰ। 4.5 ਸਾਲ ਕਰੀਬ ਹੋ ਗਏ ਨੇ ਪੰਜਾਬ ਸਰਕਾਰ ਬਣੇ, ਉਹਨਾਂ ਦਾ ਤੇ ਇਲੈਕਸ਼ਨ ਆਉਣ ਵਾਲੇ। ਤੁਸੀਂ ਜਿਹੜੇ ਕੰਮ ਛੱਡ ਆਏ ਸੀ, ਜਿਹੜੇ ਤੁਸੀਂ ਕੀਤੇ, ਤੇ ਕੁਝ ਕੰਮ ਰਹਿ ਜਾਂਦੇ ਸਾਰੇ ਦੇ? ਕੋਈ ਨਹੀਂ ਰਿਹਾ। ਤੇ ਨਹੀਂ, ਮੈਨੂੰ ਯਾਦ ਹੈ ਤੁਸੀਂ ਇੱਕ ਇੰਟਰਵਿਊ ਮੇਰੀ ਕੀਤੀ ਸੀ, ਤੁਸੀਂ ਉਦੋਂ ਪਤਾ ਨਹੀਂ ਸਵੇਰਾ ਸੀ ਕਿਹੜੀ ਅਖਬਾਰ ਸੀਗੇ, ਇੱਥੇ ਰਣਜੀਤ ਐਵਨਿਊ ਬੈਸਟ ਵੈਸਟਰਨ ਦੇ ਬਾਹਰ ਖਲੋਤੇ। ਮੈਨੂੰ ਯਾਦ ਅੱਜ ਦੀ ਡੇਟ। ਤੁਸੀਂ ਕਿਹਾ ਨਾ ਤੁਸੀਂ ਇਹ ਕਿਹਾ ਸੀ ਵੀ ਕਿਹੜੀ ਸਦਰ ਤੁਹਾਡੀ ਤੋਂ ਇੰਨਾ ਕੰਮ ਕਰਤਾ, ਕੋਈ ਤੁਹਾਨੂੰ ਮਲਾਲ ਹੈਗਾ ਵੀ ਤੁਹਾਡਾ ਕੰਮ ਰਹਿ ਗਿਆ? ਮੈਂ ਕਿਹਾ ਹਾਂ, ਮੈਂ ਇੱਕ ਬਾਰਡਰ ਤੇ ਝੰਡਾ ਲਾਉਣਾ ਸੀ, ਉਹ ਰਹਿ ਗਿਆ, ਉਹ ਮੈਂ ਕੰਪਲੀਟ ਨਹੀਂ ਕਰ ਪਾਇਆ। ਉਹ ਜਿੱਦਣ ਖਬਰ ਛਪੀ ਅਗਲੇ ਦਿਨ ਵੀ ਮੈਨੂੰ ਆਹ ਮਲਾਲ ਰਹਿ ਗਿਆ, ਮੈਂ ਝੰਡਾ ਨਹੀਂ ਲਾ ਪਾਇਆ। ਸਾਰਾ ਕੁਝ ਹੋਇਆ ਸੀ ਤੇ ਇਹ ਕੰਮ। ਉਸ ਤੋਂ ਬਾਅਦ ਮੈਂ ਖਬਰ ਵੇਖ ਕੇ ਫਿਰ ਇੱਕ ਕੋਸ਼ਿਸ਼ ਕੀਤੀ, ਕੋਡ ਲੱਗ ਗਿਆ ਸੀ, ਕੋਡ ਲੱਗਣ ਵਾਲਾ ਸੀ ਥੋੜੇ ਦਿਨਾਂ 'ਚ। ਮੈਂ ਉਹ ਕੋਸ਼ਿਸ਼ ਕੀਤੀ ਵੀ ਉਹ ਪਰਮਿਸ਼ਨ ਟੂਰਿਜ਼ਮ ਡਿਪਾਰਟਮੈਂਟ ਦੀ ਉਹ ਰਹਿੰਦੀ ਸੀ, ਕਿਉਂਕਿ ਉਹ ਜਗ੍ਹਾ ਜਿਹੜੀ ਟੂਰਿਜ਼ਮ ਦੀ ਸੀ ਜਿੱਥੇ ਝੰਡਾ ਲਾਉਣਾ ਸੀ, ਕੰਮ ਸਾਡੇ ਡਿਪਾਰਟਮੈਂਟ 'ਚੋਂ ਪੈਸਾ ਟਰਸਟ 'ਚੋਂ ਲੱਗਣਾ ਸੀ। ਤੇ ਉਹ ਮੈਂ ਹੁਸਨ ਲਾਲ ਜੀ ਉਹਦੇ ਸੈਕਟਰੀ ਸੀ, ਪ੍ਰਿੰਸੀਪਲ ਸੈਕਟਰੀ, ਉਹਨਾਂ ਨੂੰ ਕਿਹਾ, ਮੈਂ ਕਿਹਾ ਦੇਸ਼ ਦਾ ਕੰਮ ਆ, ਕਦੀ ਤੁਸੀਂ ਵੀ ਜਾਓਗੇ ਨਾ ਬਾਰਡਰ ਵੱਲ ਤੇ ਤੁਹਾਨੂੰ ਵੀ ਯਾਦ ਆਊਗਾ ਯਾਰ ਇਹਦੇ ਤੇ ਮੇਰੇ ਵੀ ਸਾਈਨ ਹੋਏ ਸੀ ਇਸ ਝੰਡੇ ਲਾਉਣ ਨੂੰ, ਤੁਹਾਡੇ ਬੱਚੇ ਵੀ ਫਖਰ ਮਹਿਸੂਸ ਕਰਨਗੇ, ਮਹਿਸੂਸ ਕਰਨਗੇ। ਕੱਢਿਆ ਕੀ ਆ ਸਵਾਲ ਤੇ ਤੁਹਾਡੇ ਤੇ ਮੈਂ ਠਾ ਦਿੰਦਾ ਵੀ ਤੁਸੀਂ ਉੱਥੋਂ ਗਰਾਈ ਕਰਦੇ ਜੇ, ਰੋਜ਼ ਮਹੀਨਾ ਹਫਤਾ ਲੈਂਦੇ ਜੇ। ਗੱਲ ਤੇ ਆ ਵੀ ਇੱਕ ਕੋਈ ਪ੍ਰੂਫ ਕਿ ਕੋਈ ਲੈ ਕੇ ਆਵੇ ਨਾ। ਹੁਣ ਟੈਲਾਂ ਕਰਦੇ, ਪਤਾਲ 'ਚ ਤਾਂ ਨਹੀਂ ਨਾ ਮੈਂ ਫੈਕਟਰੀ, ਅਸਮਾਨ 'ਚ ਤਾਂ ਨਹੀਂ ਨਾ, ਕਿਹਦੀਆਂ ਟੈਲਾਂ ਲੱਗਦੀਆਂ ਵੇ, ਕਿੱਥੋਂ ਲੱਗਦੀਆਂ ਪਈਆਂ? ਸਾਰੇ ਠੇਕੇਦਾਰ ਤੁਹਾਡੇ ਦੋਸਤ ਮਿੱਤਰ ਹੋਣਗੇ, ਸਾਰੇ ਅਫਸਰ ਤੁਹਾਡੇ ਦੋਸਤ ਮਿੱਤਰ ਹੋਣਗੇ। ਇਹਨਾਂ ਚੀਜ਼ਾਂ ਦਾ ਕਿਹੜਾ, ਕਿਸੇ ਦੀ ਦੁਕਾਨ ਹੋਵੇ, ਕਿਸੇ ਦੀ ਫੈਕਟਰੀ ਹੋਵੇ, ਇਹ ਲੁਕੀ ਰਹਿ ਸਕਦੀ ਹੁੰਦੀ ਹੈ? ਇਸ ਕਰਕੇ ਫਿਰ ਮੈਂ ਉਹ ਝੰਡਾ ਜਿਹੜਾ ਨਾ, ਤੁਸੀਂ ਇਹ ਵੇਖੋ, ਉਸ ਤੋਂ ਪਹਿਲਾਂ ਅਪਰੂਵਲ ਲੈ ਕੇ ਝੰਡੇ ਦਾ ਕੰਮ ਸ਼ੁਰੂ ਕਰਤਾ ਸੀ। ਔਨ ਗੋਇੰਗ ਕੰਮ ਜਿਹੜਾ ਕੋਡ ਲੱਗਣ ਨਾਲ ਰੁਕਦਾ ਨਹੀਂ। ਉਹ ਝੰਡਾ ਲੱਗ ਗਿਆ, ਪੋਲ ਲੱਗ ਗਿਆ, ਇਲੈਕਸ਼ਨ ਹੋ ਗਈ। ਉਸ ਤੋਂ ਬਾਅਦ ਮੈਂ ਮਹੂਰਤ ਨਹੀਂ ਸੀ ਕਰ ਸਕਦਾ ਕਿਉਂਕਿ ਕੋਡ ਲੱਗਾ ਸੀ। ਮੈਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਲਿਖਿਆ, ਮੈਂ ਕਿਹਾ ਜੀ ਇਹ ਝੰਡਾ ਜਿਹੜਾ ਵਾ ਇਹਦੇ ਨਾਲ ਇਲੈਕਸ਼ਨ ਤੇ ਹੁਣ ਕੋਈ ਅਸਰ ਨਹੀਂ, ਇਹ ਨੇਸ਼ਨ ਦਾ ਕੰਮ ਆ, ਦੇਸ਼ ਦਾ ਕੰਮ ਆ, ਇਹ ਸਾਰਾ ਕੁਝ ਹੋ ਗਿਆ, ਇਹਦਾ ਸਿਰਫ ਅਨਫਰਲ ਕਰਨ ਵਾਲਾ ਰਹਿੰਦਾ, ਇਹਨੂੰ ਚਲਾਉਣਾ ਵਾ ਬਸ ਹੈ। ਤੇ ਇਹ ਇਲੈਕਸ਼ਨ ਕਮਿਸ਼ਨ ਤੋਂ ਰਿਜ਼ਲਟ ਆਉਣ ਤੋਂ ਮੈਂ ਉਸ ਤੋਂ ਬਾਅਦ ਹਾਰ ਗਿਆ, ਪਰ ਰਿਜ਼ਲਟ ਆਉਣ ਤੋਂ
ਹਫਤਾ 10 ਦਿਨ ਪਹਿਲਾਂ ਉਹਨਾਂ ਦੀ ਪਰਮਿਸ਼ਨ ਆ ਗਈ ਵੀ ਤੁਸੀਂ ਇਹ ਕਰ ਸਕਦੇ ਜੇ। ਹੁਣ ਇਲੈਕਸ਼ਨ ਤੇ ਲੰਘ ਗਈ, ਇੱਥੇ ਕੋਈ ਫਰਕ ਨਹੀਂ, ਤੇ ਉਹ ਝੰਡਾ ਆਪਾਂ ਲਹਿਰਾ ਕੇ ਆਏ। ਜੋਸ਼ੀ ਸਾਹਿਬ ਇਹ ਫਖਰ ਆ ਮੈਨੂੰ। ਸਾਹਿਬ ਪੰਜਾਬ ਸਰਕਾਰ ਤੇ ਲੜਾਈ ਪਈ ਹੈ, ਅੰਬਰਗਾੜੀ ਕਾਂਡ ਮੁੱਦਾ ਰਿਹਾ ਹੈ, ਨਸ਼ੇ ਮੁੱਦਾ ਰਹੇ ਨੇ, ਤੁਹਾਨੂੰ ਕੀ ਲੱਗਦਾ ਕਿ 4.5 ਸਾਲ ਪੰਜਾਬ ਦੀ ਜਨਤਾ ਨੂੰ ਕੁਝ ਮਿਲਿਆ? ਤੁਹਾਡੇ ਸਾਹਮਣੇ ਹੀ ਆ, ਸਹੁੰਆਂ ਖਾ ਕੇ ਗੁਟਕਾ ਸਾਹਿਬ ਦੀਆਂ ਨੌਕਰੀਆਂ ਦੇਣੀਆਂ ਸੀ, ਫਾਰਮ ਭਰ ਕੇ ਆਏ, ਲੋਕੀ ਲੁੱਟਦੇ ਰਹਿ ਗਏ, ਇਧਰੋਂ ਮੋਬਾਈਲ ਡਿੱਗਣੇ ਆ, ਇਧਰੋਂ ਨੌਕਰੀਆਂ ਡਿੱਗਣੀਆਂ ਵਾ, ਇਧਰੋਂ ਜਿਹੜੇ ਕਰਜ਼ੇ ਮਾਫ ਹੋਣੇ ਆ, ਨੈਸ਼ਨਲ ਬੈਂਕਾਂ, ਕੋਆਪਰੇਟਿਵ ਬੈਂਕਾਂ, ਆੜਤੀਆਂ ਦੇ, ਸਾਰਿਆਂ ਦੇ ਅਸੀਂ ਮੋੜਾਂ ਕੈਪਟਨ ਸਾਹਿਬ ਆਂਦੇ, ਕਿਸੇ ਨੂੰ ਵਾਪਸ ਕਰਨ ਦੀ ਲੋੜ ਨਹੀਂ ਆ। 90,000 ਕਰੋੜ ਰੁਪਈਆ ਨੇ ਮਾਫ ਕਰਨਾ ਸੀ। ਲੋਕਾਂ ਉਦੋਂ ਸੋਚਿਆ ਨਹੀਂ ਵੀ 90,000 ਕਰੋੜ ਆਊ ਕਿੱਥੋਂ ਯਾਰ। ਲੋਕਾਂ ਦਵਾ ਦਾ ਵੋਟਾਂ ਪਾਤੀਆਂ, ਨੌਕਰੀਆਂ ਦੇ ਵੀ ਇੰਨੀਆਂ ਆਉਣਗੀਆਂ ਕਿੱਥੋਂ, ਦਵਾ ਦਾ ਵੋਟਾਂ ਪਾਤੀਆਂ, ਮੋਬਾਈਲ ਆਉਣਗੇ ਕਿੱਥੋਂ, ਇੰਨੇ ਕਿੱਥੋਂ ਪੈਸਾ ਆਊਗਾ, ਕਰਜ਼ਾਈ ਤੋਂ ਆ ਹੈ। ਪਰ ਇਹ ਆ ਵੀ ਕੈਪਟਨ ਸਾਹਿਬ ਨੂੰ ਸ਼ਾਇਦ ਉਦੋਂ ਲੱਗਦਾ ਸੀ ਮੇਰੀ ਆਖਰੀ ਇਲੈਕਸ਼ਨ ਥੋੜੇ ਜਿਹੇ ਢਿੱਲੇ ਮੱਠੇ ਹੁਣ ਤੇ ਕਾਇਮ ਹੋ ਗਿਆ। ਉਦੋਂ ਕਹਿੰਦੇ ਸੀ ਮੈਂ ਦੂਜੀ ਇਲੈਕਸ਼ਨ, ਉਦੋਂ ਆਂਦੇ ਮੈਂ ਲਾਸਟ ਇਲੈਕਸ਼ਨ ਆ, ਲੋਕਾਂ ਕਹੇ ਸਹੁੰ ਖਾ ਕੇ ਆਏ ਆ, ਰਾਜਾ ਹੈਗਾ ਵਾ, ਗੱਲ ਦਾ ਪੱਕਾ ਹੈ। ਕੈਪਟਨ ਸਾਹਿਬ ਦੀ ਮੈਂ ਇੱਕ ਗੱਲ ਸਿਫਤ ਕਹਿੰਦਾ ਵਾ, ਨੈਸ਼ਨਲਿਸਟ ਆ, ਨੈਸ਼ਨਲਿਸਟ ਆ, ਦੇਸ਼ ਵਾਸਤੇ ਠੋਕ ਕੇ ਗੱਲ ਕਰਦੇ ਆ, ਪਰ ਇਹ ਗੁੰਮਰਾਹ ਨਹੀਂ ਸੀ ਕਰਨਾ ਚਾਹੀਦਾ ਉਹਨਾਂ ਨੂੰ। ਇਹ ਉਹਨਾਂ ਦੇ ਉੱਤੇ ਮੇਰਾ ਖਿਆਲ ਹੈ ਕਿ ਐਲੀਗੇਸ਼ਨ ਹੀ ਰਹੂ ਸਾਰੀ ਉਮਰ ਵੀ ਤੁਸੀਂ ਜੋ ਸਹੁੰਆਂ ਖਾ ਕੇ ਆਏ ਸੀ ਉਹ ਕੰਮ ਨਹੀਂ ਕੀਤੇ। ਸਰਕਾਰ ਉਤਰਾ ਵੀ ਭਾਵੇਂ ਆ ਜਾਂਦੀ, ਪਰ ਇਹ ਆ ਵੀ ਇਹ ਇਹਨਾਂ ਨੇ ਆਪਣੇ ਉੱਤੇ ਇੱਕ ਬਹੁਤ ਵੱਡਾ ਕਲੰਕ ਲਾ ਲਿਆ ਕਾਂਗਰਸ ਸਰਕਾਰ ਨੇ, ਵੀ ਇੰਨੇ ਝੂਠ ਬੋਲ ਕੇ ਤਦ ਹੀ ਤਾਂ ਲੜਾਈ ਪਈ ਆ। ਹੁਣ ਕੋਈ ਆਂਦਾ ਬਦੋ ਬਦੀ ਧੱਕੇ ਨਾਲ ਅੰਦਰ ਦੇ ਦਿਓ ਜੀ ਉਹਨਾਂ ਨੂੰ, ਕਿਸੇ ਨੂੰ ਫੜ ਕੇ ਜੋ ਉਂਝ ਹੀ ਦੇ ਦਿਓ ਭਾਵੇਂ, ਤੇ ਸਾਹੀਂ ਲੋਕਾਂ ਕੋ ਜਾਣ ਜੋਗੇ ਉਂਝ। ਹੁਣ ਕਾਨੂੰਨ ਹੀ ਹੁੰਦਾ ਵਾ, ਕਿਹਨੂੰ ਅੰਦਰ ਦਿੱਤਾ ਜਾ ਸਕਦਾ। ਤੁਹਾਡੇ ਤੇ ਕੋਈ ਪ੍ਰੂਵ ਨਾ ਹੋਵੇ ਤੁਹਾਨੂੰ ਕਿਤਨਾ ਕੋਈ ਅੰਦਰ ਦੇ ਸਕਦਾ। ਸਿਰਫ ਐਲੀਗੇਸ਼ਨ ਨਾਲ ਥੋੜੀ ਗੱਲ ਹੈ, ਜਿਸ ਤਰ੍ਹਾਂ ਤੁਸੀਂ ਮੈਨੂੰ ਆਂਦੇ ਤੁਹਾਡੇ ਐਲੀਗੇਸ਼ਨ ਸੀ, ਐਲੀਗੇਸ਼ਨ ਨਹੀਂ, ਕੋਈ ਚੀਜ਼ ਪ੍ਰੂਵ ਹੋਵੇ ਤੇ ਕਿਸੇ ਦੇ ਉੱਤੇ ਕੋਈ ਕਾਰਵਾਈ ਹੋਵੇ। ਹੁਣ ਆਂਦੇ ਜੀ ਬਾਲ ਸਾਹਿਬ ਨੂੰ ਅੰਦਰ ਦੇ ਦਿਓ, ਸੁਖਬੀਰ ਨੂੰ ਅੰਦਰ ਦੇ ਦਿਓ, ਫਲਾਣੇ ਨੂੰ ਦੇ ਦਿਓ, ਉਹਨੂੰ ਦੇ ਦਿਓ, ਪੁਲਿਸ ਨੂੰ ਅੰਦਰ ਦੇ ਦਿਓ। ਅਕਸਰ ਨੂੰ ਕੋਈ ਚੀਜ਼ ਆਵੇ ਸਾਹਮਣੇ ਤਾਂ ਫੇਰ ਹੀ ਅੰਦਰ ਦੇਣਗੇ ਨਾ। ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨਾ ਉਹ ਹੁਣ ਹੱਥਾਪਾਈ ਪਈ ਆ ਉੱਥੇ। ਪੰਜਾਬ ਨੂੰ ਕੀ ਮਿਲਿਆ? ਤੇ ਜਿਹਦੇ ਗੱਲ ਤੁਸੀਂ ਸਾਰਿਆਂ ਨੂੰ ਜਿਆਦਾ ਆਂਦੇ ਨਾ, ਸਿੱਧੂ ਸਾਹਿਬ, ਉਹਨਾਂ ਨੂੰ 10 ਸਾਲ ਐਮਪੀ ਰਹੇ, 5 ਸਾਲ ਉਹਨਾਂ ਦੀ ਘਰ ਵਾਲੀ CPS ਰਹੀ। ਮੈਂ ਤਾਂ 10 ਕਰੋੜ ਰੁਪਈਆ ਦੇ ਕੇ ਤੇ ਇੱਥੇ ਵਰਤ ਜੂਸ ਪਿਆ ਕੇ ਆਇਆ। ਮੈਂ ਨਾ ਜਾਂਦਾ ਭਾਵੇਂ ਉਤਰਾ ਉੱਠ ਕੇ ਅਗਲੇ ਦਿਨ ਚੱਲ ਜਾਂਦੇ, ਪਰ ਮੈਂ ਆਖਿਆ ਸਾਡੀ ਪਾਰਟੀ ਦੀ ਲੀਡਰ ਆ, ਮੇਰਾ ਫਰਜ਼ ਬਣਦਾ ਹੈ। ਅੱਛਾ 5 ਸਾਲ ਉਹ 5 ਸਾਲ ਇਹ ਹੋਣ ਵਾਲੀ ਸਰਕਾਰ 'ਚ 20 ਸਾਲ ਤੇ 20 ਸਾਲ ਮੈਨੂੰ ਇੱਕ ਸਿੰਗਲ ਕੰਮ ਦੱਸੋ। ਅਨਿਲ ਜੋਸ਼ੀ ਤੇ ਜਿੱਧਰ ਜਾਂਦੇ ਅਨਿਲ ਜੋਸ਼ੀ ਦੇ ਕੰਮ ਬੋਲਦੇ ਆ। ਬੱਚਿਆਂ ਦਾ ਅਨਿਲ ਜੋਸ਼ੀ ਨੇ ਆ ਵੀ ਕੀਤਾ, ਆ ਵੀ ਅਨਿਲ ਜੋਸ਼ੀ ਨੇ, ਆ ਵੀ ਅਨਿਲ ਜੋਸ਼ੀ ਨੇ। ਲੱਗਦਾ ਕਿ ਵੀਰ ਸਿੱਧੂ ਸਾਹਿਬ ਨੂੰ ਸਿਰਫ ਫਿਰ ਕੁਰਸੀ ਦੀ ਭੁੱਖ, ਵੀ ਜੋ ਵੀ ਕਰ ਰਹੇ ਭੁੱਖ ਬਹੁਤ ਛੋਟਾ ਲਫ਼ਜ਼ ਆ। ਸਿੱਧੂ ਸਾਹਿਬ ਨੂੰ ਕੁਰਸੀ ਦੀ ਭੁੱਖ ਨਹੀਂ ਆ, ਉਹ ਇੰਨੀ ਕੁ ਤਮਾ ਜ਼ਿਆਦੀ ਆ ਵੀ ਉਹਨਾਂ ਨੂੰ ਸਮਝ ਹੀ ਨਹੀਂ ਲੱਗਦਾ। ਇੱਕ ਚੀਜ਼ ਮਿਲਦੀ ਆ ਉਹਦੇ ਨਹੀਂ, ਉਹ ਦੂਜੀ ਮਿਲੂ ਫੇਰ ਕਰੂੰਗਾ, ਫਿਰ ਉਹ ਮਿਲਦੀ ਆ ਉੱਥੇ ਵੀ ਤਸੱਲੀ ਨਹੀਂ, ਤੇ ਫਿਰ ਆਂਦੇ ਫਿਰ ਉਹ ਮਿਲੂ ਫੇਰ ਕਰਾਂਗੇ। ਉਹਨਾਂ ਨੂੰ CM ਬਣਾ ਦਿਓ, ਉਹਨਾਂ ਤਦ ਵੀ ਕੱਖ ਨਹੀਂ ਕਰਨਾ, ਖਲਾਰਾ ਲੜਾਈਆਂ ਹੀ ਪਾਉਣੀਆਂ ਉਹਨਾਂ ਨੇ। ਕਿਉਂਕਿ ਤੁਸੀਂ ਵੇਖੋ ਕ੍ਰਿਕਟ 'ਚ ਲੜਾਈ ਪਾ ਕੇ ਆਏ, ਕਮੈਂਟਰੀਆਂ 'ਚ ਲੜਾਈਆਂ ਪਾ ਕੇ ਆਏ, ਲੜ ਕੇ ਆਏ ਹੈ, ਬਾਕੀ ਜਿੱਥੇ ਗਏ ਲੜਾਈ ਪਾ ਕੇ, BJP 'ਚ ਲੜਾਈਆਂ ਕਰਕੇ ਹੈ, ਹੁਣ ਇੱਥੇ ਆਏ ਆ ਕਾਂਗਰਸ ਤੇ ਇੱਥੇ ਵੀ ਲੜਾਈ ਪਾਈ ਆ। ਇਹਨਾਂ ਨੂੰ ਜਿੱਥੇ ਭੇਜੋਗੇ ਇਹਨਾਂ ਲੜਾਈਆਂ ਪਾਉਣੀਆਂ, ਕਰਨਾ ਕਰਾਉਣਾ ਕੱਖ ਨਹੀਂ, ਕਿਉਂਕਿ ਇਹ ਤੇ ਸੀਨ ਕਰਦੇ ਆ। ਇਹ ਕਰਦੇ ਪਤਾ ਕੀ ਆ, ਇਹਨਾਂ ਨੂੰ ਇੱਕ ਟੈਕਟ ਆ ਗਿਆ, ਇਹ ਐਕਟਰ ਹੈਗੇ ਆ, ਉੱਥੇ ਵੀ ਜਾਂਦੇ ਕਪਲ ਸ਼ੋਅ ਦੇ ਵਿੱਚ, ਉੱਥੇ ਵੀ ਤਾੜੀਆਂ ਉਹ ਪਹਿਲਾਂ ਯਾਦ ਕਰ ਲਿਆ, ਜਿਹਨੇ ਆਉਣਾ ਉੱਥੇ ਡਾਇਲੌਗ ਬੋਲਤਾ, ਤਾੜੀਆਂ। ਇਹ ਇਹੋ ਕੁਝ ਕਰਦੇ ਆ। ਇਹਨਾਂ ਨੂੰ ਐਂ ਲੱਗਦਾ ਵੀ ਮੈਂ ਸੀਨ ਕਰਦਾ ਪਿਆ, ਅੱਗੇ ਆਡੀਅנס ਆ, ਤੇ ਸੀਨ ਜਦੋਂ ਕਰਦਾ ਨਾ ਤੇ ਇਦਾਂ ਫਿਲਮ ਇਹਦੇ ਲੋਕੀ ਖੁਸ਼ ਹੁੰਦੇ ਆ, ਫਿਲਮ ਵੇਖ ਕੇ ਜਿਤਨਾ ਉਤਨਾ ਲੋਕੀ ਖੁਸ਼ ਹੁੰਦੇ ਆ, ਤਾੜੀਆਂ ਮਾਰਦੇ ਆ। ਹੈ ਇਹਨਾਂ ਕਰਨਾ ਕੱਖ ਨਹੀਂ ਗਾ, ਇਹਨਾਂ ਨੇ ਸੀਨ ਕਰਨੇ ਆ, ਲੋਕਾਂ ਨੇ ਖੁਸ਼ ਹੋਣਾ ਵਾ, ਤੇ ਇਹਨਾਂ ਤੋਂ ਇਹੋ ਹੀ ਆਸ ਰੱਖਣ ਲੋਕਾਂ ਨੂੰ। ਮੈਂ ਕਹਾਂ ਇਹੀ ਆਸ ਰੱਖਣ, ਇਹਨਾਂ ਕੰਮ ਦੀ ਆਸ ਨਾ ਰੱਖਣ। ਚਰਚਾ ਚੱਲ ਰਹੀ ਵੀ ਨਵਜੋਤ ਸਿੰਘ ਸਿੱਧੂ ਨੂੰ ਸ਼ਾਇਦ ਡਿਪਟੀ CM ਬਣਾਤਾ ਜਾਵੇ। ਤੇ ਹੁਣ ਕੀ ਜੇ ਇਹਨਾਂ ਨੇ 2.5 ਸਾਲ ਐਡੀ ਵੱਡੀ ਮਿਨਿਸਟਰੀ 'ਚ ਰਹਿ ਕੇ, ਜਿੱਥੇ ਅਨਿਲ ਜੋਸ਼ੀ ਨੇ ਸਾਰਾ ਪੰਜਾਬ ਡਿਵੈਲਪ ਕਰਤਾ, 2 ਪੈਸਿਆਂ ਦਾ ਕੰਮ ਨਹੀਂ ਕੀਤਾ, ਤੇ ਹੁਣ 6 ਮਹੀਨਿਆਂ 'ਚ ਕੀ ਬਿੱਲੀ ਬਾਗ ਜੂਗੀ ਦੱਸੋ ਮੈਨੂੰ। ਕੀ ਕਰਨਗੇ? ਕੁਛ ਨਹੀਂ ਕਰ ਸਕਦੇ। ਵੀ ਰਹੇ ਮਾਈਨਿੰਗ ਦਾ ਮੁੱਦਾ ਰਿਹਾ, ਸ਼ਰਾਬ ਮਾਫੀਆ ਦਾ ਮੁੱਦਾ ਰਿਹਾ, ਰੇਤ ਮਾਫੀਆ ਦਾ ਮੁੱਦਾ ਰਿਹਾ, ਲੈਂਡ ਮਾਫੀਆ ਦਾ ਮੁੱਦਾ ਰਿਹਾ, ਕੇਬਲ ਮਾਫੀਆ ਦਾ ਮੁੱਦਾ ਰਿਹਾ, ਇਹ ਮਾਫੀਆ ਟਰਾਂਸਪੋਰਟ ਮਾਫੀਆ ਦਾ ਮੁੱਦਾ ਰਿਹਾ। ਇਹ ਪੰਜਾਬ 'ਚ ਇਹ ਮੁੱਦੇ ਹੈ ਜਿਹੜੇ, ਇਹ ਮੁੱਦੇ ਹੀ ਰਹਿਣਗੇ ਕਿ ਕਦੀ ਇਹਨਾਂ ਦਾ ਹੱਲ ਹੋਏਗਾ? ਮੁੱਦੇ ਇਹ ਗੱਲਾਂ ਹਮੇਸ਼ਾ ਰਹਿੰਦੀਆਂ, ਪਹਿਲਾਂ ਵੀ ਸੀ, ਹੁਣ ਵੀ ਆ, ਉਸੇ ਤਰ੍ਹਾਂ ਹੀ ਆ। ਕੋਈ ਫਰਕ ਤਾਂ ਨਹੀਂ ਪਿਆ, ਉਹ ਤੋਂ ਵੱਧ ਹੀ ਹੋ ਗਏ ਹੋਣਗੇ ਮਾਫੀਏ। ਅੱਗੇ ਰੇਤਾ ਅੱਗੇ ਨੂੰ ਵੱਧ ਹੀ ਹੋ ਗਿਆ, ਰੇਤਾ ਦੇ ਮੁੱਦੇ ਤੇ ਰੌਲਾ ਪਾਉਂਦੇ ਸੀ। ਨਸ਼ਾ ਅੱਗੇ ਨੂੰ ਵੱਧ ਹੀ ਹੋ ਗਿਆ, ਨਸ਼ੇ ਤੇ ਰੌਲਾ ਪਾਉਂਦੇ ਸੀ। ਕਰਪਸ਼ਨ ਨਹੀਂ ਇਹਨਾਂ ਨੇ ਪਾਤੀ, ਕਰਪਸ਼ਨ ਦੀ ਗੱਲ ਕਰਦੇ ਸੀ। ਨੌਕਰੀ ਕੋਈ ਦਿੱਤੀ ਨਹੀਂ। ਇਹ ਮੁੱਦੇ ਜਿਹੜੇ ਆ ਨਾ, ਇਹ ਸਿੰਸੈਰਿਟੀ ਨਹੀਂ ਹੈਗੀ, ਰਾਜ ਕਰਨ ਦੀ ਇੱਛਾ ਵਾ। ਤੁਹਾਨੂੰ ਦੱਸਿਆ ਨਾ ਜਿਸ ਤਰ੍ਹਾਂ ਸਿੱਧੂ ਦੀ
ਵੀ ਇੱਛਾ ਵਾ ਮੈਨੂੰ ਕੁਰਸੀ ਹੋਰ ਵੱਡੀ ਮਿਲ ਜੇ, ਕੰਮ ਦੀ ਇੱਛਾ ਨਹੀਂ ਗੀ, ਨਹੀਂ ਤਾਂ ਛੋਟੀ ਤੇ ਵੀ ਹੋ ਸਕਦਾ, ਪਰਫਾਰਮੈਂਸ ਤੇ ਦਿਓ ਕੋਈ। ਜੋ ਸਭ ਲੋਕੀ ਕਹਿੰਦੇ ਵੀ ਅਕਾਲੀ ਭਾਜਪਾ ਨੂੰ ਦੇਖ ਲਿਆ, ਕਿਉਂਕਿ ਕਾਂਗਰਸ ਨੂੰ ਅਸੀਂ ਦੇਖ ਲਿਆ, ਇਹਨਾਂ ਨੇ ਪੰਜਾਬ ਦਾ ਕੁਝ ਕੀਤਾ ਤਾਂ ਹੈ ਨਹੀਂ। ਤੇ ਹੁਣ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾ ਰਹੀ ਹੈ, ਆਮ ਆਦਮੀ ਪਾਰਟੀ ਕੋਈ ਚਿਹਰਾ ਨਹੀਂਗਾ ਕਿ ਜੋਸ਼ੀ ਸਾਹਿਬ ਭਾਜਪਾ 'ਚ ਹੀ ਰਹਿ ਕੇ ਚੁਣਾਵ ਲੜਨਗੇ ਜੇ ਟਿਕਟ ਮਿਲਦੀ ਹੈ, ਤੇ ਜੇ ਨਹੀਂ ਮਿਲਦੀ ਤੇ ਕਿਸੇ ਹੋਰ ਪਾਰਟੀ ਦਾ ਰੁਖ ਕਰੋਗੇ? ਦੇਖੋ ਮੈਨੂੰ ਕੋਈ ਇਲੈਕਸ਼ਨ ਦੀ ਚਿੰਤਾ ਨਹੀਂ 1% ਵੀ, ਮੇਰਾ ਜਨ ਆਧਾਰ ਪੂਰਾ ਫੁੱਲ ਫਲੈਜ ਹੈ, ਨਾ ਮੈਨੂੰ ਕਿਸੇ ਦੀ ਟਿਕਟ ਦੀ ਚਿੰਤਾ, ਨਾ ਮੈਂ ਕੋਈ ਮੰਗਣ ਜਾਂਦਾ, ਨਾ ਮੈਨੂੰ ਕਿਸੇ ਪਾਰਟੀ ਦੇ ਵਿੱਚ ਜਾਣ ਦੀ ਚਿੰਤਾ ਵਾ। ਮੈਂ ਇਲੈਕਸ਼ਨ ਲੜਨੀ ਹੋਵੇ ਉਤਰਾ ਹੀ ਲੜ ਸਕਦਾ, ਮੈਨੂੰ ਲੋਕੀ ਉਤਰਾ ਹੀ ਆਂਦੇ ਆ ਜਾ, ਉਤਰਾ ਹੀ ਆ ਜਾਂਦੇ, ਇਹਦੀ ਮੈਨੂੰ ਕੋਈ ਚਿੰਤਾ ਨਹੀਂ। ਕਿ ਭੰਡਾਰੀ ਜੀ ਤੁਹਾਨੂੰ ਵੀ ਪਤਾ, ਜ਼ਮੀਨੀ ਹਕੀਕਤ ਤੁਹਾਨੂੰ ਵੀ ਪਤਾ। ਜੋਸ਼ੀ ਸਾਹਿਬ ਤੁਸੀਂ 2017 ਦਾ ਰਹੇ, ਸਭ ਤੋਂ ਪਹਿਲਾਂ ਮੇਰਾ ਫੋਨ ਤੁਹਾਨੂੰ ਗਿਆ ਸੀ। ਮੈਂ ਕਿਹਾ ਮੈਂ ਉਹੀ ਹੈਗਾ, ਮੈਂ ਕਿਹਾ ਉਹ ਲੋਕਾਂ ਨੂੰ ਅਫਸੋਸ ਹੈ ਨਾ, ਜਿਹੜਾ ਉਹ ਹਰ ਹਾਲਤ ਦੇ ਵਿੱਚ ਜਿਹੜਾ ਨਾ ਉਹ ਅਫਸੋਸ ਦੂਰ ਕਰਨਾ ਚਾਹੁੰਦੇ ਲੋਕ। ਮੈਂ ਇਲੈਕਸ਼ਨ ਉਤਰਾ ਹੀ ਚੱਲ ਜਾਂ ਲੋਕਾਂ 'ਚ, ਲੋਕੀ ਆਂਦੇ ਆ ਜਾ ਤੂੰ ਬਸ, ਤੇ ਮੈਨੂੰ ਅੱਜ ਦਾ ਨਹੀਂ ਹੈ, ਜਦੋਂ ਦਾ ਹਾਰਿਆ ਮੈਂ ਉਦੋਂ ਦਾ ਹੀ ਕਹਿੰਦੇ ਪਏ ਛੇਤੀ ਆ ਜਾਓ। ਮੈਂ ਕਿਹਾ ਇਹ ਲੋਕਤੰਤਰ ਆ, 5 ਸਾਲ ਬਾਅਦ ਹੀ ਗੱਡੀ ਆਉਣੀ ਹੈ, ਉਦੋਂ ਫਿਰ ਚੇਤੇ ਰੱਖਿਓ, ਨਹੀਂ ਤੇ ਉਹ ਨਾ ਵੀ ਉਦੋਂ ਫੇਰ ਕੱਢ ਦਿਓ ਗੱਡੀ ਤੇ ਫੇਰ ਕਹੋ ਆ ਜਾ। ਇਸ ਕਰਕੇ ਲੋਕਾਂ, ਮੈਨੂੰ ਇਲੈਕਸ਼ਨ ਦੀ ਕੋਈ ਚਿੰਤਾ ਨਹੀਂ ਹੈਗੀ। ਮੁੱਦਾ ਇਹ ਆ ਵੀ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਨਾ ਉਹਨਾਂ ਨੂੰ ਹੱਲ ਹੋਣਾ ਚਾਹੀਦਾ, ਸਾਨੂੰ ਉਹਦੇ ਬਾਰੇ ਸਿੰਸੀਅਰ ਹੋਣਾ ਚਾਹੀਦਾ। ਮੈਂ ਤੁਸੀਂ ਵੇਖੋ ਇੱਕ ਮਿੰਟ ਕੰਮ ਕੀਤਾ, ਜਿਹੜੇ ਵੀ MLA ਰਿਹਾ ਤਦ ਰਾਤ ਦਿਨ, ਮੰਤਰੀ ਰਿਹਾ ਸਾਈਕਲ ਤੇ ਪੈਦਲ ਕੰਪਨੀ ਬਾਗ 'ਚ, ਹਰ ਮੌਕੇ ਤੇ ਖਲੋ ਕੰਮ ਕਰਾਉਂਦਾ ਰਿਹਾ। ਸਭ ਸਰਕਾਰਾਂ ਆਉਂਦੀਆਂ ਚਲੇ ਜਾਂਦੀਆਂ, ਮੁੱਦੇ ਉੱਥੇ ਰਹਿੰਦੇ, ਜਿਵੇਂ ਤੁਸੀਂ ਕਿਹਾ। ਕਿਆ ਜਨਤਾ ਕਦੀ ਰਾਹਤ ਮਹਿਸੂਸ ਕਰ ਪਾਏਗੀ, ਜਾਂ ਉਹਨੂੰ ਇਸ ਤਰ੍ਹਾਂ ਹੀ ਕਦੀ ਕੋਈ ਝੂਠ ਮਾਰ ਦਿੰਦਾ? ਜਨਤਾ ਜਦੋਂ ਜਨਤਾ ਪਾਰਟੀਆਂ ਤੋਂ, ਜਾਤਾਂ ਧਰਮਾਂ ਤੋਂ, ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਜੂਗੀ, ਮੈਰਿਟ ਬਣਾਉਣੀ ਸ਼ੁਰੂ ਕਰ ਦੂਗੀ, ਤੱਕੜੀ ਫੜ ਕੇ ਤੋਲਣਾ ਸ਼ੁਰੂ ਕਰ ਦੂਗੀ, ਪਿਛੋਕੜ ਵੇਖ ਕੇ, ਸੇਵਾ ਵੇਖ ਕੇ, ਭਾਵਨਾ ਵੇਖ ਕੇ ਗੱਲ ਕਰਨੀ ਸ਼ੁਰੂ ਕਰ ਦੂਗੀ ਨਾ। ਤੁਸੀਂ ਇਹ ਗੱਲ ਅੱਗੇ ਵੀ ਇੱਕ ਵਾਰੀ ਕੀਤੀ ਸੀ, ਜਦੋਂ ਮੈਂ ਤੇ ਆਪਣੀ ਮੈਨੂੰ ਤੁਹਾਡਾ ਡਾਇਲੌਗ ਯਾਦ ਹੈ ਵੀ ਛੋੜੋ ਚੋਣ ਨਿਸ਼ਾਨੋਂ ਕੋ, ਵੋਟ ਡਾਲੋ ਇਨਸਾਨੋਂ ਕੋ। ਮੈਂ ਤੇ ਉਦੋਂ ਵੀ ਕਹਿੰਦਾ ਸੀ ਜਦੋਂ ਮੈਂ ਪਹਿਲੀਆਂ ਇਲੈਕਸ਼ਨਾਂ ਲੜੀਆਂ ਵੀ ਜੇ ਮੈਂ ਨਹੀਂ ਕੰਮ ਕੀਤਾ ਨਾ, ਤੁਹਾਡਾ ਵਿਰੋਧ ਬਹੁਤ ਸੀਗਾ ਮੈਨੂੰ, ਜੇ ਮੈਂ ਨਹੀਂ ਕੰਮ ਕੀਤਾ ਮੈਨੂੰ ਵੋਟ ਨਾ ਪਾਇਓ, ਜੇ ਮੇਰੇ ਤੋਂ ਬਿਹਤਰ ਤੁਹਾਨੂੰ ਲੱਗਦਾ ਕੋਈ ਤੇ ਫਿਰ ਉਹਨੂੰ ਵੋਟ ਪਾ ਦਿਓ। ਪਰ ਲੋਕੀ ਨਾ ਇਸ ਗੱਲ 'ਚ ਨਹੀਂ ਜਾਂਦੇ, ਲੋਕੀ ਫਿਰ ਪਾਰਟੀਆਂ ਜਾਂਦੇ ਆ, ਵੇਵ 'ਚ ਅਦੀ ਯਾਰ ਕਿ ਇਹਨੂੰ ਵੇਖ ਲਿਆ ਉਧਰ ਪਾ ਦਿਓ, ਉਹਦਾ ਕਸੂਰ ਆ, ਉਹਨੂੰ ਖਮਿਆਜਾ ਭੁਗਤਾ ਦਿਓ। ਲੋਕੀ ਜੇ ਕੰਮ ਦੇ ਪਿੱਛੇ ਜਾਣ, ਜੇ ਲੋਕੀ ਇਮਾਨਦਾਰੀ ਦੇ ਨਾਲ, ਸਿੰਸੈਰਿਟੀ ਦੇ ਨਾਲ ਜਿਹੜਾ ਲੋਕਾਂ 'ਚ ਰਹਿ ਕੇ ਰਾਤ ਦਿਨ ਸੇਵਾ ਕਰਦਾ ਵਾ, ਉਹਨਾਂ ਗੱਲਾਂ ਦੇ ਵਿੱਚ ਜਾਣ, ਤੇ ਇਹ ਧੋਖਾ ਲੋਕਾਂ ਨਾਲ ਕਦੀ ਨਾ ਹੋਵੇ। ਲੋਕੀ ਹਵਾਵਾਂ ਫੜਨ ਦੇ ਚੱਕਰ 'ਚ ਅਸਲੀਅਤ ਭੁੱਲ ਜਾਂਦੇ ਆ। ਹਵਾਵਾਂ ਹੀ ਫੜੀਆਂ ਨਾ, ਆ ਕਾਂਗਰਸ ਨੇ ਹਵਾਵਾਂ ਦਿਖਾਈਆਂ, ਉਹਨਾਂ ਨੂੰ ਲੁੱਟਣ ਦੇ ਚੱਕਰ 'ਚ ਮੇਰੇ ਵਰਗਾ ਸੇਵਾਦਾਰ ਗਵਾ ਲਿਆ ਨਾ। ਜੋ ਸਭ ਪੰਜਾਬ ਦਾ ਇਸ ਵੇਲੇ ਸਭ ਤੋਂ ਅਹਿਮ ਪੱਖ ਦਾ ਮੁੱਦਾ ਕਿਹੜਾ? ਕਿਸਾਨੀ ਅੰਦੋਲਨ ਨੂੰ ਛੱਡ ਕੇ, ਕਿਸਾਨੀ ਅੰਦੋਲਨ ਨੂੰ ਛੱਡ ਕੇ ਇਹੀ ਪੱਖ ਦਾ ਮੁੱਦਾ ਵਾ ਵੀ ਇਹਨਾਂ ਨੇ, ਕਾਂਗਰਸ ਨੇ ਕੱਖ ਨਹੀਂ ਕੀਤਾ। ਇਹਨਾਂ ਨੂੰ ਲੋਕ, ਹਾਂ ਬਿਲਕੁਲ, ਆਪਸ ਲੜੇ, ਆਪਣੀ ਲੁੱਟਮਾਰ ਕੀਤੀ, ਲੋਕਾਂ ਨੂੰ ਝੂਠ ਮਾਰ ਕੇ, ਧੋਖਾ ਦੇ ਕੇ ਸਰਕਾਰ 'ਚ ਆਏ, ਤੇ ਉਹ ਧੋਖਾ ਲੋਕਾਂ ਨੂੰ ਯਾਦ ਆ। ਅੱਜ ਉਹ ਲੋਕੀ ਇਹਨਾਂ ਦਾ ਭੁਗਤਾਨ ਕਰਨ ਵਾਸਤੇ, ਇਹ ਸਭ ਤੋਂ ਭੱਖ ਦਾ ਮੁੱਦਾ ਜਿਹੜਾ ਨਾ ਕਿਸਾਨੀ ਅੰਦੋਲਨ ਤੋਂ ਇਲਾਵਾ ਇਹੀ ਆ ਵੀ ਇਹਨਾਂ ਨੇ ਸਹੁੰਆਂ ਖਾਧੀਆਂ ਸੀ ਤੇ ਕੀਤਾ ਕੱਖ ਨਹੀਂ। ਤੁਸੀਂ ਜੋ ਸਭ ਕੁਝ ਹੋਰ ਦੱਸਣਾ ਚਾਹੋ? ਨਹੀਂ, ਮੈਂ ਧੰਨਵਾਦ ਕਰਨਾ ਚਾਹੁੰਦਾ ਤੁਹਾਡਾ ਵੀ ਤੁਸੀਂ ਸਾਡੇ ਭਰਾ ਵੀ ਜੇ, ਪਰ ਤੁਸੀਂ ਬਿਲਕੁਲ ਨਿਰਪੱਖ ਪੱਤਰਕਾਰ ਜੇ, ਹਰ ਇੱਕ ਦਾ ਵਿਊ ਲੈਂਦੇ ਜੇ। ਤੇ ਮੈਂ ਲੋਕਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਫਿਰ ਮੈਂ ਇਹੀ ਕਹੂੰਗਾ, ਨਿਸ਼ਾਨਾਂ, ਜਾਤਾਂ, ਧਰਮਾਂ ਨੂੰ ਛੱਡ ਕੇ ਇਮਾਨਦਾਰੀ ਨਾਲ ਮੈਰਿਟ, ਤੱਕੜੀ ਫੜ ਕੇ ਮੈਰਿਟ ਬਣਾਇਆ ਕਰੋ, ਤੇ ਵੋਟ ਉੱਥੇ ਪਾਇਆ ਕਰੋ ਜਿਹੜਾ ਤੁਹਾਨੂੰ ਲੱਗਦਾ ਵਾ ਵੀ ਤੁਹਾਡੇ ਵਿੱਚ ਰਹਿਣ ਵਾਲਾ ਵਾ, ਤੁਹਾਡੀ ਸੇਵਾ ਕਰਨ ਵਾਲਾ ਵਾ, ਤੁਹਾਡੇ ਜਿਹੜਾ ਸੁਪਨਿਆਂ ਤੇ ਖਰਾ ਉਤਰਨ ਵਾਲਾ ਬੰਦਾ ਵਾ। ਉਹ ਬਹੁਤ ਬਰੀਕੀ ਨਾਲ ਸਬਜ਼ੀ ਖਰੀਦਦੇ ਨਾ ਆਪਾਂ, ਤੇ ਉਹਦਾ ਤੇ ਆਪਾਂ ਹਿਸਾਬ ਲਾਉਣੇ ਵੀ ਬੈਂਗਨ 4 ਸਫੇਰੇ ਵੇਨੇ, ਕਿਤੇ ਕੀੜਾ ਤੇ ਨਹੀਂ ਲੱਗਾ ਇਹਨੂੰ। ਐਡਾ ਵੱਡਾ 5 ਸਾਲ ਦਾ ਆਪਾਂ ਜ਼ਿੰਮੇਵਾਰੀ 5 ਸਾਲਾਂ ਦੀ ਦੇਣੀ ਹੁੰਦੀ ਆ, ਤੇ ਉਹ ਆਪਾਂ ਜਿਹੜਾ ਵਾ ਨਾ 10-5 ਦਿਨਾਂ ਦੇ ਲਾਲਚ ਦੇ ਵਿੱਚ ਕਿਸੇ ਦਾਰੂ ਲੈ ਲਈ, ਕਿਸੇ ਆਟਾ ਲੈ ਲਿਆ, ਕਿਸੇ ਨੇ ਥੋੜੇ ਬਹੁਤੇ ਪੈਸੇ ਲੈ ਲਏ, ਤੇ ਉਹ 5 ਸਾਲ ਮੁੜ ਕੇ ਰੋਂਦੇ ਰਹਿੰਦੇ ਆ। ਇਹ ਰੋਣਾ ਤਦ ਮੁੱਕੂਗਾ ਜੇ ਅਸੀਂ 5 ਸਾਲ ਦੇ ਵਿਜ਼ਨ ਨੂੰ ਰੱਖ ਕੇ ਵੀ ਅਸੀਂ 5 ਸਾਲ ਇੱਕ ਦਿਨ ਵੋਟ ਪਾ ਕੇ 5 ਸਾਲ ਇਹਦੇ ਕੋਲ ਕੰਮ ਲੈਣਾ, ਸੇਵਾ ਲੈਣੀ ਆ। ਜਦੋਂ ਇਸ ਵਿਜ਼ਨ ਨਾਲ ਵੋਟ ਪਾਓਗੇ, ਕਿਸੇ ਲਾਲਚ ਤੋਂ, ਹਵਾਵਾਂ ਗੱਪਾਂ ਤੋਂ ਬਾਹਰ ਉੱਠ के वोट पाओगे तो ਤੁਹਾਨੂੰ कभी ये पछतावा नहीं होगा। बहुत धन्यवाद। धन्यवाद। हमारे साथ बात करने के लिए पूर्व कैबिनेट मंत्री हैं अनिल जोशी। इनका कहना है कि पंजाब के हाथ क्या लगा, किसी ने गुटका साहब हाथ में पकड़कर सौगंध खाई। किसानी अहम मुद्दा है, पंजाब में लगातार विरोध हो रहा है, इसी को लेकर इन्होंने अपनी पार्टी के खिलाफ आवाज़ बुलंद कर दी है और ये कह दिया है हमने पंजाब में रहना है, पंजाब में चुनाव लड़ना है। अगर पंजाब की बात नहीं की जाएगी
तो फिर हम कहाँ जाएंगे। इनका ये भी कहना है कि कुछ लोग छोटे से लालच के लिए पंजाब की आवाज़ को दिल्ली तक नहीं पहुंचा रहे हैं। ये भी बहुत बड़ी इन्होंने बात कही है। और इनका कहना है कि ये चुनाव तो ज़रूर लड़ेंगे। अभी इन्होंने ये नहीं कहा बताया कि किसी पार्टी की तरफ से लड़ेंगे या आज़ाद लड़ेंगे। हमारी इनको शुभकामनाएं हैं क्योंकि इन्होंने बहुत ही पहले काम किया है। अमृतसर से D4 न्यूज़ के लिए दीपक भंडारी की खबर।